दंडौत बंदन अनक बार। दंडौत बंदन अनक बार। सारब कला समरथ डोलन ते राखो प्रभु। नानक दे कर हाथ डोलन ते राखो प्रभु। नानक दे कर हथ। सतनाम श्री वाहिगुरु साहिब जी। प्रभाती महला पहला। मन माया मन ताया मन पंखी आकाश। तस कर शब्द निवारिया नगर बुठा साबास। मन माया मन ताया मन पंखी आकाश। वाहेगुरु जी का खालसा वाहेगुरु जी की फतेह। भगत वत्सल कृपा निधान धन धन गरीब निवाज सतगुरु साहिब श्री गुरु ग्रंथ साहिब जी महाराज। तिन्हां दी पावन चरण शरण विच सुभाईमान साहिबां दी साजी निवाजी गुरु रूप गुरु खालसा साध संगत जी अपने सारियां दे वड्डे भाग हन। वड्डे भाग पेटे गुरदेवा भाग होआ गुर संत मिलाया प्रभ अविनाशी घर मह पाया। धन धन सतगुरु साहिब गुरु ग्रंथ साहिब जी महाराज जी दे आपां जिथे दर्शन कर रहे हाँ। देशां विदेशां विच बैठियां होईयां संगतां मीडिया दे राहीं जिथे धन साहिब गुरु ग्रंथ साहिब जी दे आपां चरनां नाल जुड़े हाँ। उत्थे साहिबां दी निरंकारी नूरानी जोत जिसने अष्टम बलबीरा दे रूप दे विच श्री हर कृष्ण ध्याई है जिस डिठै सब दुख जाए। ऐसा जो स्वरूप धारण किया उस स्वरूप दे पावन चरण पए। गुरमुखो उस समय तो पहलां भी इस शहर दे विच हजारां नहीं लखां करोड़ां बंगले घर राजे महाराजे अहलकारां दे होए होणगे पर किसी का भी नामो निशान नहीं है। बाला प्रीतम गरीबां दे मददगार दुखियां दे दुख कट्टण वाले मेरे सतगुरु धन धन श्री गुरु हरकृष्ण साहिब सच्चे पातशाह जी ने जदों चरण पाए प्यारिओ राजे जय सिंह दा बंगला बंगला साहिब बन गया। वो अस्थान वो बंगला वो मकान
ਜਿਹਦੇ ਵਿੱਚ ਮੇਰੇ ਸਾਹਿਬ ਆ ਕੇ ਬੈਠ ਗਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੋਭਨੀਕ ਹੋ ਗਿਆ, ਸਦਾ ਵਾਸਤੇ ਪੂਜਣ ਦੇ ਯੋਗ, ਸਤਕਾਰ ਦੇ ਯੋਗ ਹੋ ਗਿਆ। ਦਰਸ਼ਨ ਕਰਨ ਦੇ ਨਾਲ ਹੀ ਸਤਿਗੁਰਾਂ ਦੇ, ਭਾਵੇਂ ਫੋਟੋ ਤੇ ਦਰਸ਼ਨ ਕਰੀਏ, ਭਾਵੇਂ ਇੱਥੇ ਭਾਗਾਂ ਵਾਲੇ ਆ ਕੇ ਦਰਸ਼ਨ ਕਰਦੇ ਹਨ, ਟੀਵੀ ਤੇ ਬੈਠੇ ਲਾਈਵ ਦਰਸ਼ਨ ਕਰਦੇ ਨੇ, ਉਸੇ ਵੇਲੇ ਬਾਲਾ ਪ੍ਰੀਤਮ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀਆਂ ਯਾਦਾਂ, ਉਹਨਾਂ ਦੀਆਂ ਬਖਸ਼ਾਂ, ਉਹਨਾਂ ਦੀਆਂ ਰਹਿਮਤਾਂ ਸਾਡੇ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ ਜੋ ਸਾਹਿਬਾਂ ਦੀ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਲੜੀਵਾਰ ਕਥਾ, ਗੁਰਬਾਣੀ ਦੀ ਲੜੀਵਾਰ ਅੰਮ੍ਰਿਤ ਸਰੂਪ ਗੁਰਬਾਣੀ ਦੀ ਕਥਾ ਆਪਾਂ ਨੂੰ ਸਰਵਣ ਕਰਨ ਦਾ ਸੁਭਾਗ ਮਿਲਦਾ ਹੈ। ਆਓ ਇਸ ਪਾਵਨ ਪਵਿੱਤਰ ਸਤਿਗੁਰਾਂ ਦੀ ਮਹਿਮਾ ਨਾਲ ਜੁੜੀਏ। ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਵੇਖੋ ਕਿੱਡੀ ਮਹਾਨ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ, ਮਿਹਰਾਂ ਕਰ ਰਹੇ ਨੇ, ਸਾਨੂੰ ਸਮਝਾ ਰਹੇ ਨੇ। ਉਹ ਐਸਾ ਆਧਿਆਤਮਿਕ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜਿਹਦੇ ਬਾਰੇ ਵੱਡੇ ਵੱਡੇ ਵਿਦਵਾਨ ਵਿਚਾਰ ਕੇ ਥੱਕ ਹਾਰ ਕੇ ਨਮੋਸ਼ੀ ਵਿੱਚ ਚਲੇ ਜਾਂਦੇ ਨੇ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਆਓ ਪਿਆਰ ਨਾਲ ਸਾਰੇ ਹੀ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗਰੀਬ ਨਿਵਾਜ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਕਰੋੜਾਂ ਕਰੋੜਾਂ ਬ੍ਰਹਮੰਡਾਂ ਖੰਡਾਂ ਦੇ ਮਾਲਿਕ, ਜਿਨ੍ਹਾਂ ਦੇ ਸਰੀਰ ਦੇ ਇੱਕ ਰੋਮ ਦੇ ਵਿੱਚ, ਇੱਕ ਕੇਸ ਦੇ ਵਿੱਚ, ਇੱਕ ਵਾਲ ਆਪਾਂ ਕਹਿ ਦਿੰਦੇ ਆਮ ਬੋਲੀ ਦੇ ਵਿੱਚ, ਆ ਦਾੜੇ ਤੇ ਸਿਰ ਵਾਲਿਆਂ ਨੂੰ ਵਾਲ ਕਿਹਾ ਜਾਂਦਾ, ਕੇਸ ਕਿਹਾ ਜਾਂਦਾ। ਬਾਕੀ ਜਿਹੜੇ ਛੋਟੇ ਛੋਟੇ ਹੱਥਾਂ ਪੈਰਾਂ ਤੇ ਹੈ, ਇਹਨੂੰ ਗੁਰਮਤ ਵਿੱਚ ਰੋਮ ਕਿਹਾ ਜਾਂਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ। ਜਾਸ ਜਿਸ ਬ੍ਰਹਮ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਖੰਡ ਹਨ। ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਮਨੁੱਖਾ ਸਰੂਪ ਧਾਰ ਕਰਕੇ ਉਹਨਾਂ ਨੇ ਦਰਸ਼ਨ ਦਿੱਤੇ ਹੈ। ਐਸੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭਾਤੀ ਰਾਗ ਦੁਆਰਾ ਮਿਹਰ ਕਿਰਪਾ ਕਰਦੇ ਹਨ ਜੀ। ਮਨ ਮਾਇਆ ਮਨ ਤਾਇਆ, ਮਨ ਪੰਖੀ ਆਕਾਸ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਹੁਤ ਵੱਡੇ ਇੱਕ ਵਿਦਵਾਨ ਨੇ ਬੇਨਤੀ ਕੀਤੀ, ਮਹਾਰਾਜ ਮਨ ਬਾਰੇ ਦੱਸੋ ਕਿਰਪਾ ਕਰਕੇ, ਮਨ ਕੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਦੇ ਸਵਾਲ ਦਾ ਜਵਾਬ ਇਸ ਪਾਵਨ ਸ਼ਬਦ ਵਿੱਚ ਬਖਸ਼ਿਆ ਹੈ। ਕਿਸੇ ਦਾ ਸਵਾਲ ਸੀ, ਮਹਾਰਾਜ ਜਾਤ ਕੀ ਹੁੰਦੀ ਹੈ? ਅੱਜ ਵੀ ਦੁਨੀਆ ਦੇ ਵਿੱਚ ਜਾਤ ਪਾਤ ਦੀ ਬਹੁਤ ਨਫ਼ਰਤ ਹੈ। ਮੇਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਾਤ ਪਾਤ ਦੀ ਨਫ਼ਰਤ ਤੋੜੀ ਹੈ। ਇੱਕ ਪੰਗਤ ਇੱਕ ਸੰਗਤ ਵਿੱਚ ਬੈਠ ਕੇ ਲੰਗਰ ਛਕਣ ਦੀਆਂ ਬਖਸ਼ਾਂ ਕੀਤੀਆਂ ਨੇ। ਪੰਗਤ ਵਿੱਚ ਬੈਠ ਕਰਕੇ ਸਰੀਰ ਦੀ ਪੇਟ ਦੀ ਪੂਰਤੀ ਕਰਦੇ ਹਾਂ ਤੇ ਸੰਗਤ ਵਿੱਚ ਬੈਠ ਕੇ ਮਨ ਦੇ ਭੋਜਨ ਨੂੰ ਛਕਦੇ ਹਾਂ, ਵਾਹਿਗੁਰੂ ਜੀ ਨਾਲ ਜੁੜਦੇ ਹਾਂ। ਆਪਾਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਉਸ ਤੋਂ ਪਹਿਲਾਂ ਬੇਅੰਤ ਜੀਵਾਂ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਸਰਵਣ ਕੀਤੇ ਹੋਣਗੇ। ਇਹ ਕੀ ਹੈ? ਮਾਰੇ ਕਹਿੰਦੇ, ਜੋਗ ਬਣਿਆ ਤੇਰਾ ਕੀਰਤਨ ਗਾਈ। हे परमात्मा वाहिगुरु, तेरा जस करना, तेरी वडियाई करनी, कीर्तन करना, जस करना, ये जोग बन जाता है, जुड़ जाते हैं। जोग का अर्थ होंदा जुड़ना।
ਤੇ ਜੋਗੀਆਂ ਨੇ ਵੀ ਮਨ ਦੀ ਵਿਆਖਿਆ ਕੀਤੀ ਹੈ। ਯੋਗ ਸ਼ਾਸਤਰ ਦੇ ਵਿੱਚ ਵੀ ਵਿਆਖਿਆ ਹੈ, ਵੇਦਾਂਤ ਵਾਲੇ ਵੀ ਵਿਆਖਿਆ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਜਿਹਦੇ ਵਿੱਚ ਮਿਲ ਜਾਂਦਾ ਹੈ ਉਹਨੂੰ ਆਪਣਾ ਰੂਪ ਮੰਨ ਲੈਂਦਾ ਹੈ। ਮਨ ਜਿਹਦੇ ਨਾਲ ਵੀ ਗੁਰਮੁਖ ਜੀ ਜੁੜਦਾ ਹੈ ਉਹਨੂੰ ਆਪਣਾ ਮੰਨਦਾ ਹੈ। ਮਾਤਾ ਪਿਤਾ ਦਾ ਗਿਆਨ ਪ੍ਰਾਪਤ ਹੋਇਆ, ਉਹਨਾਂ ਕੋਲੋਂ ਸਰੀਰ ਦੀ ਪੂਰਤੀ ਹੋਈ। ਮਨ ਨੇ ਮੰਨ ਲਿਆ ਕਿ ਇਹ ਮੇਰੇ ਮਾਤਾ ਪਿਤਾ ਹਨ। ਮਨ ਨੇ ਮੰਨ ਲਿਆ ਇਹ ਮੇਰੀ ਘਰਵਾਲੀ ਹੈ। ਮਨ ਨੇ ਮੰਨ ਲਿਆ ਹੈ ਇਹ ਮੇਰੇ ਪੁੱਤਰ ਹਨ, ਇਹ ਮੇਰੇ ਸੰਬੰਧੀ ਨੇ, ਇਹ ਮੇਰੇ ਰਿਸ਼ਤੇਦਾਰ ਨੇ, ਮੇਰੀ ਆ ਜਾਤ ਹੈ, ਮੇਰਾ ਇਹ ਦੇਸ਼ ਹੈ, ਮੈਨੂੰ ਆ ਗਿਆਨ ਹੈ, ਆ ਗੱਲ ਸੱਚੀ ਹੈ। ਇਹ ਮਨ ਦੀਆਂ ਹੀ ਖੇਡਾਂ ਸਾਰੀਆਂ, ਮਨ ਦੀਆਂ ਇਹ ਸੋਚਾਂ ਹਨ। ਕਬੀਰ ਸਾਹਿਬ ਜੀ ਵੀ ਕਹਿੰਦੇ ਜਿੰਨੇ ਚਿਰ ਮਨ ਨਾ ਮੰਨੇ ਉਹਨੇ ਚਿਰ ਕੁਝ ਨਹੀਂ ਹੋ ਸਕਦਾ। ਕੋਈ ਵਿਰਲੇ ਹੋਣਗੇ ਗੁਰਮੁਖੋ, ਮਾਫੀ ਮੰਗ ਕੇ ਮੈਂ ਇਹ ਗੱਲ ਕਹਿੰਦਾ, ਸੰਗਤ ਵਿੱਚ ਆਉਣ ਵਾਲੇ ਵੀ ਤੇ ਜਿਹੜੇ ਦੁਨੀਆ ਵਿੱਚ ਆਪਣੇ ਆਪ ਨੂੰ ਧਰਮੀ ਮੰਨਦੇ ਆ, ਉਹਨਾਂ ਕਰੋੜਾਂ ਅਰਬਾਂ ਵਿੱਚੋਂ ਕੋਈ ਵਿਰਲਾ ਹੋਏਗਾ ਜਿਸ ਦਾ ਮਨ ਪਰਮਾਤਮਾ ਤੇ ਮੰਨਿਆ। ਜਿੰਨੇ ਚਿਰ ਮਨ ਨਹੀਂ ਮੰਨੇਗਾ ਉਹਨੇ ਚਿਰ ਨਾ ਕੋਈ ਧਰਮੀ ਹੈ, ਨਾ ਕੋਈ ਪਰਮਾਤਮਾ ਦਾ ਭਗਤ ਹੈ। ਕਹਿਣ ਨੂੰ ਮੇਰੇ ਵਰਗੇ ਸਾਰੇ ਕਹਿੰਦੇ ਮੈਂ ਧਰਮੀ ਆ, ਮੈਂ ਗਿਆਨੀ ਹਾਂ, ਪਰ ਮਨ ਕੀ ਕਹਿੰਦਾ ਹੈ? ਧਰਮੀ ਅਖਵਾਇਆ ਹੈ ਕਿ ਧਰਮੀ ਬਣਿਆ ਹੈ? ਧਰਮੀਆਂ ਦੇ ਲੱਛਣ ਵਿਚਾਰ ਲਈਏ ਤਾਂ ਕਿਹਾ ਜਾਂਦਾ ਹੈ ਕਿ ਧਰਮੀ ਦੇ ਲੱਛਣ ਹੈ ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ, ਲਿੰਗ 10 ਜਾਨ। ਇਹ ਧਰਮੀ ਬੰਦੇ ਦੀਆਂ 10 ਨਿਸ਼ਾਨੀਆਂ ਹਨ। ਖਿਮਾ, ਕਿਸੇ ਦੀ ਗਲਤੀ ਨੂੰ ਮੁਆਫ ਕਰ ਦੇਣਾ, ਮਨੋਂ ਭੁਲਾ ਦੇਣਾ। ਖਿਮਾ ਨਾ ਕਰਨ ਕਰਕੇ ਕਰੋੜਾਂ ਅਰਬਾਂ ਖੱਪ ਗਏ, ਦੁਨੀਆ ਦੇ ਨਾਸ ਹੋ ਗਏ, ਆਪਸ ਵਿੱਚ ਲੜ ਝਗੜ ਕੇ ਕਲੇਸ਼ ਵਿੱਚ ਪੈ ਕੇ ਚਲੇ ਗਏ ਇਸ ਦੁਨੀਆ ਤੋਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਬਖਸ਼ਿਸ਼ ਕਰਦੇ ਨੇ, ਖਿਮਾ ਵਿਹੂਣੇ ਖੱਪ ਗਏ, ਖੂਹਣ ਲੱਖ ਅਸੰਖ। ਅਸੰਖਾਂ ਖੂਣੀਆਂ ਲੋਕ ਖੱਪ ਗਏ। ਖਿਮਾ ਦਾ ਪਹਿਲਾ ਗੁਣ ਹੈ ਧਰਮੀ ਬੰਦੇ ਦੇ ਪਾਸ, ਖਿਮਾ ਕਰ ਦੇਣਾ। ਅਹਿੰਸਾ, ਜੀਵਾਂ ਨੂੰ ਨਾ ਮਾਰਨਾ, ਜ਼ੁਬਾਨ ਕਰਕੇ ਕਿਸੇ ਨੂੰ ਦੁੱਖ ਨਾ ਦੇਣਾ, ਮਨ ਕਰਕੇ ਕਿਸੇ ਦਾ ਬੁਰਾ ਨਾ ਚਿਤਵਣਾ, ਸਰੀਰ ਕਰਕੇ ਕਿਸੇ ਦਾ ਵੀ ਨੁਕਸਾਨ ਨਹੀਂ ਕਰਨਾ, ਇਹਨੂੰ ਅਹਿੰਸਾ ਕਿਹਾ ਗਿਆ ਹੈ। ਖਿਮਾ, ਅਹਿੰਸਾ, ਦਇਆ, ਹਰ ਇੱਕ ਤੇ ਤਰਸ ਕਰਨਾ, ਮਿਰਦ, ਕੋਮਲ ਬੋਲਣਾ, ਕੋਮਲ ਬਚਨ ਹੋਣੇ, ਪਿਆਰੇ ਬਚਨ ਹੋਣੇ, ਸਤ ਬਚਨ, ਸੱਚੇ ਬਚਨ ਬੋਲਣੇ, ਸੱਚ ਬੋਲਣਾ, ਤਪ, ਦਾਨ, ਤਪ ਕਰਨਾ ਤੇ ਦਾਨ ਦੇਣਾ। ਗੁਰਮਤਿ ਅਨੁਸਾਰ ਤਪ ਕੀ ਹੈ? ਥੋੜਾ ਖਾਣਾ, ਥੋੜਾ ਬੋਲਣਾ, ਥੋੜਾ ਸੌਣਾ, ਹਰ ਟਾਈਮ ਸਿਮਰਨ ਦੇ ਵਿੱਚ ਸੁਰਤੀ ਨੂੰ ਟਿਕਾਉਣ ਦੀ ਕੋਸ਼ਿਸ਼ ਕਰਨੀ। ਧਰਮ ਦੇ ਦੱਸੇ ਹੋਏ ਸਤਿਗੁਰਾਂ ਦੇ ਰਸਤੇ ਤੇ ਜਿਹਨੂੰ ਆਪਾਂ ਰਹਿਤ ਮਰਿਆਦਾ ਕਹਿੰਦੇ ਆ, ਜਿਵੇਂ ਆਪਾਂ ਨੂੰ ਹੁਣੇ ਗੁਰਮੁਖ ਪਿਆਰੇ ਇਸ ਸਥਾਨ ਦੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਮੁੱਖ ਸੇਵਾਦਾਰ ਗੁਰਮੁਖ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਸੀ ਬੇਨਤੀਆਂ, ਭਾਈ ਗੁਰਮੁਖੋ ਜਦੋਂ ਗੁਰਦੁਆਰੇ ਆਉਣਾ ਹੈ ਤਾਂ ਗੁਰਦੁਆਰੇ ਵਾਲੇ ਲਿਬਾਸ ਪਹਿਨ ਕੇ ਆਓ, ਗੁਰੂ ਦਰਬਾਰ ਵਾਲੇ। ਇਹ ਕਿਹਦੇ ਕੰਮ ਹੈ? ਸਾਰੇ ਮਨਮਰਜ਼ੀਆਂ ਕਰਨੀਆਂ ਮਨ ਦੇ। ਮਨ ਧਰਮੀ ਨਹੀਂ ਹੈ। ਕਿਸੇ ਦਾ ਪਹਿਰਾਵਾ ਦੱਸ ਦੇਵੇਗਾ ਕਿ ਇਹ ਧਰਮੀ ਨਹੀਂ ਹੈ। ਇਹ ਧਰਮੀ ਅਖਵਾਉਂਦਾ ਹੈ ਪਰ ਧਰਮੀ ਨਹੀਂ ਹੈ। ਕਿਸੇ ਦੀ ਬੋਲਬਾਣੀ ਦੱਸ ਦੇਵੇਗੀ ਇਹ ਕਿੰਨਾ ਕੁ ਧਰਮੀ ਹੈ। ਕਿਸੇ ਦੇ ਚਾਲ ਚੱਲਣ, ਉੱਠਣ ਬੈਠਣ ਦੱਸ ਦੇਵੇਗਾ ਇਹ ਕਿੰਨਾ ਕੁ ਧਰਮੀ ਹੈ। ਕਿਉਂਕਿ ਜਿੰਨੇ ਚਿਰ ਮਨ ਨਾ ਮੰਨਿਆ, ਮਨ ਨੇ ਧਰਮ ਨੂੰ ਅੰਗੀਕਾਰ ਨਾ ਕੀਤਾ, ਗੁਰਮੁਖੋ ਉਹਨੇ ਚਿਰ ਤਾਂ ਸੰਸਾਰੀ ਰਿਸ਼ਤਾ ਨਹੀਂ ਮੰਨਿਆ ਜਾ ਸਕਦਾ। ਧਰਮ ਦਾ ਰਿਸ਼ਤਾ ਤਾਂ ਹੈ ਹੀ ਬੜਾ ਸੂਖਮ। ਤਪ ਕਰਨਾ, ਗੁਰ ਮਰਿਆਦਾ ਵਿੱਚ ਚੱਲਣਾ, ਗੁਰ ਸੇਵਾ, ਤਪਾਂ ਸਿਰ ਤਪਸਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ, ਗੁਰੂ ਦਾ ਚੇਤਾ, ਗੁਰੂ ਦੀ ਮਰਿਆਦਾ ਹੀ ਤਪਾਂ ਦੇ ਵਿੱਚ ਸਭ ਤੋਂ ਵੱਡਾ ਤਪ ਹੈ।
ਦਾਨ ਲੋੜਵੰਦ ਜਾਣ ਕਰਕੇ ਕਿਸੇ ਨੂੰ ਉਹਦੀ ਹੈਲਪ ਕਰਨੀ, ਮਦਦ ਕਰਨੀ, ਗੁਰਮਤ ਵਿੱਚ ਇਹ ਦਾਨ ਹੈ। ਰੱਜਿਆਂ ਨੂੰ ਰਜਾਈ ਜਾਣਾ ਦਾਨ ਨਹੀਂ ਹੈ। ਗੁਰੂ ਘਰ ਦੀ ਸੇਵਾ ਵਿੱਚ ਲੋੜ ਹੈ ਦੇਣਾ। ਕਿਸੇ ਗਰੀਬ ਨੂੰ ਲੋੜ ਹੈ, ਕਿਸੇ ਬਿਮਾਰ ਨੂੰ ਲੋੜ ਹੈ, ਕਿਸੇ ਕੋਲ ਕੱਪੜਾ ਨਹੀਂ ਹੈ, ਅੰਨ ਨਹੀਂ ਹੈ, ਕਿਸੇ ਕੋਲ ਵਿਦਿਆ ਨਹੀਂ, ਕੋਈ ਬ੍ਰਹਮ ਵਿਦਿਆ ਨਹੀਂ ਪੜਿਆ, ਗੁਰਬਾਣੀ ਦੀ ਸੰਥਿਆ ਨਹੀਂ ਕੀਤੀ, ਬੱਚਾ ਹੋਵੇ, ਬਜ਼ੁਰਗ ਹੋਵੇ, ਮਾਤਾ ਹੋਵੇ, ਛੋਟੀ ਉਮਰ ਦਾ ਹੈ, ਵੱਡੀ ਉਮਰ ਦਾ ਹੈ, ਪ੍ਰੇਮ ਨਾਲ ਕਹਿਣਾ ਭਾਈ ਗੁਰਮੁਖਾ ਗੁਰਸਿੱਖ ਤਾਂ ਖਵਾਉਣਾ ਹੈ, ਗੁਰਬਾਣੀ ਵੀ ਪੜ ਲੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਘੱਟੋ ਘੱਟ ਸੰਥਿਆ ਕਰ ਲੈ, ਦਰਸ਼ਨ ਕਰ ਲੈ। ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਗੁਰਬਾਣੀ ਦੀ ਸੰਥਿਆ ਕਰਾਉਣੀ, ਵਿਦਿਆ ਪੜਾਉਣੀ ਵੱਡਾ ਦਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜਿਵੇਂ ਕੋਈ 100 ਮਕਾਨ ਸੋਨੇ ਦਾ ਬਣਾ ਕੇ ਕਿਸੇ ਨੂੰ ਦਾਨ ਕਰ ਦਵੇ, ਇਸ ਤਰ੍ਹਾਂ ਗੁਰਬਾਣੀ ਦਾ ਇੱਕ ਸ਼ਬਦ ਪੜਾਉਣ ਦਾ ਫਲ ਹੈ ਗੁਰਸਿੱਖਾ। ਇਹ ਤੈਨੂੰ ਇੱਕ ਅੰਦਾਜ਼ਾ ਜਿਹਾ, ਇੱਕ ਕੇਵਲ ਮਨ ਨੂੰ ਪ੍ਰੇਰਨ ਵਾਸਤੇ ਇਹ ਸਿੱਖਿਆ ਦਿੱਤੀ ਹੈ। ਗੁਰਬਾਣੀ ਦੇ ਮਹਾਤਮ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ। ਕਈ ਕੋਟਕ ਜਗ ਭਲਾ ਸੁਨ ਗਾਵਣ ਹਾਰੇ ਰਾਮ। ਵੱਡਾ ਦਾਨ ਹੈ, ਸ਼੍ਰੋਮਣੀ ਦਾਨ ਹੈ, ਸੁਭ ਗੁਣ ਸਿਖਾਉਣੇ। ਤੇ ਸੰਸਾਰੀ ਪੱਖ ਵਿੱਚ ਵੀ ਜਿੰਨੇ ਕੁ ਦੇ ਸਕਦੇ ਉਹ ਧਰਮੀ ਪੁਰਸ਼ ਦੀ ਨਿਸ਼ਾਨੀ ਹੈ। ਇਸ ਤੋਂ ਅੱਗੇ ਕੀ ਹੈ? ਸੀਲ, ਨਿਮਰਤਾ ਵਾਲਾ ਸੁਭਾਅ ਹੋਣਾ, ਸੌਚ ਸੁੱਚ ਪਵਿੱਤਰਤਾ ਰੱਖਣੀ, ਸਫਾਈ ਰੱਖਣੀ। ਹੁਣ ਵੇਖੋ ਆ ਬਿਮਾਰੀ ਨੇ ਸਿਖਾ ਦਿੱਤਾ ਨਾ, ਸਫਾਈ ਰੱਖਣੀ ਜ਼ਰੂਰੀ ਹੈ। ਅਸੀਂ ਮੰਨਦੇ ਨਹੀਂ ਸੀ। ਜੇ ਕਿਤੇ ਗੁਰੂ ਘਰ ਦੇ ਸੇਵਾਦਾਰ ਸਿੰਘ ਸਾਹਿਬ ਗੁਰਮੁਖ ਕਹਿੰਦੇ ਭਾਈ ਸਾਰੇ ਥਾਵਾਂ ਤੇ ਹੱਥ ਨਾ ਲਾਇਆ ਕਰੋ ਝੂਠੇ ਮਿੱਠੇ, ਐਵੇਂ ਕਹਿੰਦੇ ਹੁੰਦੇ ਸੀ ਇਹ ਬ੍ਰਾਹਮਣਵਾਦ ਕਰ ਰਹੇ ਆ, ਇਹ ਪਖੰਡ ਕਰ ਰਹੇ ਆ। ਤੇ ਹੁਣ ਆਪਾਂ ਕਿਸੇ ਨੂੰ ਹੱਥ ਵੀ ਨਹੀਂ ਮਿਲਾ ਸਕਦੇ, ਮਨਾਹੀ ਹੈ ਡਾਕਟਰੀ ਲਿਹਾਜ਼ੇ ਅਨੁਸਾਰ। ਮੂੰਹ ਬੰਨ ਕੇ ਢੱਕ ਕੇ ਜਾਣਾ ਹੈ। ਆਪ ਜੀ ਵਿਵੇਕੀ ਗੁਰਮੁਖਾਂ ਨੂੰ, ਦਲ ਪੰਥ ਵਿੱਚ ਸੇਵਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ, ਗੁਰੂ ਘਰ ਦੇ ਵਿੱਚ ਸੇਵਾਦਾਰ ਪ੍ਰੇਮੀਆਂ ਨੂੰ ਵੇਖੋ, ਉਹ ਮੂੰਹ ਦੇ ਉੱਤੇ ਹਜੂਰੀਆ ਲਪੇਟ ਕੇ ਸੇਵਾ ਕਰਿਆ ਕਰਦੇ ਸੀ ਲੰਗਰਾਂ ਦੀ। ਗੁਰਮੁਖੋ ਗੁਰ ਮਰਿਆਦਾ ਸਦਾ ਹੀ ਸੱਤ ਹੈ, ਸਦਾ ਹੀ ਲੋਕ ਪਰਲੋਕ ਵਿੱਚ ਨਿਭਣ ਵਾਲੀ ਹੈ। ਇਸੇ ਵਾਸਤੇ ਦਾਤਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰ ਕਹੈ ਸੋ ਭਲਾ ਕਰ ਮੰਨੀਐ। ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸੱਚ ਕਰਕੇ ਮੰਨੋ, ਸਤ ਕਰਕੇ ਮੰਨੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰ ਕਹੈ ਸੋਈ ਭਲ ਮੰਨੋ, ਸੋਈ ਭਲ ਮੰਨੋ, ਉਹ ਭਲਾ ਮੰਨੋ। ਇਸ ਤਰ੍ਹਾਂ ਵੀ ਬਚਨ ਆਉਂਦਾ ਹੈ, ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਭਲਾ ਕਰਕੇ ਮੰਨੋ। ਹਿਕਮਤ ਹੁਕਮ ਚੁਕਾਈਐ, ਹਿਕਮਤ ਆਪਣੇ ਦਿਲ ਦੀ ਮਤ। ਇੱਕ ਛਾਤੀ ਨੂੰ ਕਹਿ ਦਿੰਦੇ, ਛਾਤੀ 'ਚ ਦਿਲ, ਜਿਹਨੂੰ ਆਪਾਂ ਮਨਮਰਜੀ ਕਹਿ ਦਿੰਦੇ, ਮੇਰਾ ਦਿਲ ਨਹੀਂ ਮੰਨਦਾ। ਹੁਕਮ ਚੁਕਾਈਐ, ਹੁਕਮ ਕਰ ਦੇਣਾ, ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਮਾਰੇ ਕਹਿੰਦੇ ਚੁੱਕਦੇ ਗੱਲਾਂ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ। ਸੌਚ ਸੁੱਚ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਬਿਨਾ, ਤ੍ਰਿਸ਼ਨਾਲੂ ਨਹੀਂ ਹੋਣਾ। ਜੋ ਮਿਲ ਰਿਹਾ ਹੈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਉਹਦੇ ਵਿੱਚੋਂ ਦਸਵੰਧ ਭੇਟਾ ਕਰਕੇ ਬਾਕੀ 90% ਜੋ ਬਚਿਆ ਹੈ ਉਹਨੂੰ ਦਾਨ ਪੁੰਨ ਦੇ ਵਿੱਚ, ਸੇਵਾ ਦੇ ਵਿੱਚ, ਆਪਣੇ ਘਰ ਦੇ ਵਿੱਚ ਜਿੱਥੇ ਵੀ ਖਰਚ ਕਰਨਾ ਚਾਹੁੰਦੇ ਹੋ। ਜੇ 1000 ਰੁਪਈਆ ਰੋਜ਼ ਦੀ ਆਮਦਨੀ ਹੈ, 913 ਹੈ, 100 ਗੁਰੂ ਦਾ ਹੈ, 100 ਗੁਰੂ ਦਾ ਹੈ। ਆਪਾਂ ਟੈਕਸ ਗੁਰਮੁਖੋ ਸਰਕਾਰ ਨੂੰ ਡੋਨੇਸ਼ਨ ਨਹੀਂ ਮੰਨਦੇ। ਸਰਕਾਰੀ ਕਾਗਜ਼ ਵਿੱਚ ਟੈਕਸ ਡੋਨੇਸ਼ਨ ਨਹੀਂ ਹੈ, ਟੈਕਸ ਟੈਕਸ ਹੀ ਹੈ। ਦਸਵੰਧ ਗੁਰੂ ਦਾ ਹੁਕਮ ਹੈ, ਕੋਈ ਆਪਾਂ ਅਹਿਸਾਨ ਨਹੀਂ ਕਰਦੇ। ਇਹਦੇ ਬਦਲੇ ਸਤਿਗੁਰੂ ਜੀ ਸਾਨੂੰ ਬੇਅੰਤ ਪਦਾਰਥ ਦਿੰਦੇ ਆ, ਤੇ ਜੇ ਨਹੀਂ ਦਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਆ, ਏਕ ਭੀ ਨਾ ਦੇ 10 ਪੀ ਹਿਰ ਲਏ,
ਤਉ ਮੂੜਾ ਕਹੁ ਕਾਹ ਕਰੇ, ਦਸ ਮੂਰਖ ਮਨਾ ਫਿਰ ਤੂੰ ਕੀ ਕਰ ਲਵੇਂਗਾ। ਸੋ ਗੁਰਮੁਖੋ ਇਹ ਧਰਮ ਦੇ ਲੱਛਣ ਹਨ। ਧਰਮੀ ਬੰਦੇ ਦੀਆਂ 10 ਨਿਸ਼ਾਨੀਆਂ ਨੇ। ਤ੍ਰਿਸ਼ਨਾ ਬਿਨਾ ਹੋਣਾ, ਧਰਮ ਲਿੰਗ 10 ਜਾਨ। ਸਰੀਰ ਨਹੀਂ ਧਰਮੀ ਬਣਿਆ ਕਿਉਂਕਿ ਮਨ ਧਰਮੀ ਨਹੀਂ ਬਣਿਆ। ਮਨ ਕੀ ਹੈ? ਵੇਦਾਂਤ ਮਤ ਦੇ ਵਿੱਚ ਕਿਹਾ ਜਾਂਦਾ ਹੈ, ਜਿਸ ਨੂੰ ਆਪਾਂ ਵੇਦਾਂ ਦਾ ਮਤ ਕਹਿ ਸਕਦੇ ਹਾਂ। ਉਹਦੇ ਵਿੱਚੋਂ ਇੱਕ ਸੰਪਰਦਾ ਉਪਜੀ ਜਿਸ ਨੂੰ ਵੇਦਾਂਤੀ ਮਤ ਕਿਹਾ ਜਾਂਦਾ ਹੈ। ਉਹ ਕਹਿੰਦੇ ਨੇ ਮਨ 5 ਤੱਤਾਂ ਦੀ ਅੰਸ਼ ਹੈ। ਪੰਚ ਭੂਤਨ ਕੀ ਸਤੋ ਅੰਸ਼ ਤੇ ਮਨ ਉਪਜਿਓ ਇਹ ਜਾਨ, ਸਭ ਇੰਦਰੀਅਨ ਕੇ ਸਵਾਦ ਕੀ ਤਾਹੀ ਤੇ ਪਹਿਚਾਨ। ਜਿਹੜਾ ਮਨ ਹੈ ਇਹ 5 ਤੱਤਾਂ ਦੀ ਸੂਖਮ ਅੰਸ਼ ਸਤੋ ਗੁਣ ਤੋਂ ਪੈਦਾ ਹੋਇਆ। ਇਸੇ ਵਾਸਤੇ ਹੀ ਇਹਨੂੰ 5 ਗਿਆਨ ਇੰਦਰੀਆਂ ਦੇ ਗਿਆਨ ਦਾ ਪਤਾ ਹੈ। ਇਹ ਸਾਰਿਆਂ ਦਾ ਕੰਟਰੋਲਰ ਹੈ। ਸਾਖ ਸ਼ਾਸਤਰ ਕਹਿੰਦਾ ਹੈ ਮਨ ਬੁੱਧ ਇੱਕ ਹੀ ਹਿੱਸਾ ਹੈ। ਇਹਦਾ ਇੱਕ ਹਿੱਸਾ ਹੈ ਅਹੰਕਾਰ। ਮਨ ਨੂੰ ਉਹਨਾਂ ਨੇ ਸੰਕਲਪ ਵਿਕਲਪ ਕਰਨ ਵਾਲਾ ਮੰਨਿਆ ਹੈ। ਸੰਕਲਪੋ ਵਿਕਲਪੋ ਹੀ ਮਨਾ। ਸੰਕਲਪ ਵਿਕਲਪ ਨੂੰ ਉਠਾਉਣ ਵਾਲਾ ਮਨ ਹੈ। ਇਹਦਾ ਹਿੱਸਾ ਹੀ ਬੁੱਧੀ ਹੈ, ਜਿਹਨੂੰ ਮਹੀ ਤੱਤ ਕਹਿ ਦਿੰਦੇ ਆ। ਅੱਗੇ ਤ੍ਰਿਧਾ ਹੰਕਾਰ ਕਿਹਾ ਹੈ ਉਹਨਾਂ ਨੇ। ਵੇਦਾਂਤ ਸ਼ਾਸਤਰ ਤੇ ਯੋਗ ਮਤ ਵੀ ਮਨ ਨੂੰ ਜੋ ਸੰਕਲਪ ਵਿਕਲਪ ਉਠਾਉਣ ਵਾਲੀ ਸ਼ਕਤੀ ਮੰਨਦੇ ਹਨ, ਪਰ ਉਹ ਮਨ ਬੁੱਧ ਅਹੰਕਾਰ ਦੇ ਨਾਲ ਚੌਥੀ ਚੀਜ਼ ਹੋਰ ਮਿਲਾਉਂਦੇ, ਜਿਸ ਨੂੰ ਚਿੱਤ ਕਿਹਾ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਨੂੰ ਰੋਜ਼ ਹੀ ਬਖਸ਼ਿਸ਼ ਕਰਦੇ ਨੇ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। 4 ਚੀਜ਼ਾਂ ਹੋ ਗਈਆਂ ਨਾ। ਇੱਕ ਸੁਰਤ ਹੋ ਗਈ ਜਿਸ ਨੂੰ ਚਿੱਤ ਕਹਿੰਦੇ। ਕਿਸੇ ਨੇ ਪੁੱਛਿਆ ਭਾਈ ਸਾਹਿਬ ਜੀ ਨੂੰ ਜਾਣਦਾ? ਕਿਹੜੇ ਭਾਈ ਸਾਹਿਬ? ਨਾਂ ਲਿਆ ਉਹਨੇ। ਸੋਚਣ ਲੱਗ ਪਿਆ। ਸੋਚ ਕੇ ਮੈਂ ਦੱਸਦਾ ਕਿੱਥੋਂ ਵਾਲੇ ਕਹਿੰਦਾ। ਜਿਹੜੀ ਸੋਚ ਰਹੀ ਉਹਨੂੰ ਸੁਰਤ ਕਹਿੰਦੇ। ਮਤ ਅਹੰਕਾਰ, ਮਨ ਸੰਕਲਪ ਵਿਕਲਪ ਉਠਾਉਣ ਵਾਲੀ ਸ਼ਕਤੀ ਬੁੱਧ, ਜਿਹੜੀ ਨਿਸ਼ਚਾ ਕਰਦੀ ਹੈ ਇਹ ਗੱਲ ਸਹੀ ਹੈ, ਇਹ ਗਲਤ ਹੈ। ਚਿੱਤ ਕਿਸੇ ਦੀ ਗੱਲ ਸੁਣਦਿਆਂ ਵੀ ਸੋਚਦਾ ਹੈ। ਨਿਆਏ ਸ਼ਾਸਤਰ ਵਾਲੇ ਕਹਿੰਦੇ ਆ ਕਿ ਮਨ ਇੱਕ ਹੀ ਗੱਲ ਕਰ ਸਕਦਾ, ਦੂਜੀ ਨਹੀਂ ਕਰ ਸਕਦਾ, ਦੂਜੀ ਨਹੀਂ ਸੋਚ ਸਕਦਾ। ਪਰ ਗੁਰਮੁਖੋ ਆਪਾਂ ਹੁਣ ਕੋਈ ਗੱਲ ਸੁਣ ਰਹੇ ਕਿਸੇ ਦੀ, ਉਹਨੇ ਸਾਨੂੰ ਕੋਈ ਸਵਾਲ ਕੀਤਾ ਹੈ, ਕਹਿੰਦਾ ਹੈ ਕਿ ਮੇਰਾ ਇੱਕ ਸਵਾਲ ਹੈ, ਆਪ ਜੀ ਇਸ ਦਾ ਜਵਾਬ ਦੇਣਾ ਹੈ। ਤੇ ਜਦੋਂ ਆਪਾਂ ਗੱਲ ਸੁਣ ਰਹੇ ਹਾਂ ਤੇ ਸੁਣਦੇ ਸੁਣਦੇ ਨਾਲ ਸੋਚਦੇ ਹਾਂ ਕਿ ਇਹਦਾ ਜਵਾਬ ਕੀ ਹੈ। ਜੇ ਮਨ ਇੱਕ ਹੀ ਕੰਮ ਕਰਦਾ ਹੋਵੇ ਤੇ ਫਿਰ ਸੋਚ ਨਹੀਂ ਸਕਦਾ। ਤੇ ਸੁਣਦਾ ਹੈ ਪਰ ਇਕਾਗਰ ਨਹੀਂ ਹੈ। ਅਧਿਆਤਮ ਪ੍ਰਕਾਸ਼ ਵਿੱਚ ਬਚਨ ਹੈ, ਬਾਤ ਸੁਨਤ ਹੂੰ ਸੁਨਤ ਨਹਿ। ਗੱਲ ਸੁਣਦਾ ਹੈ ਤੇ ਸੁਣ ਨਹੀਂ ਰਿਹਾ। ਉਹਨੂੰ ਗੱਲਬਾਤ ਸਾਰੀ ਦੱਸੀ, ਉਹਨੂੰ ਕਿਹਾ ਦੱਸ ਕੁਛ, ਤੇ ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਹੈ ਨਹੀਂ। ਕਹਿਤ ਨਹੀਂ ਮਨ ਠੌਰ। ਕਹਿੰਦਾ ਮਨ ਮੇਰਾ ਟਿਕਾਣੇ ਨਹੀਂ ਸੀ। ਕਹਿੰਦੇ ਬਸ ਇਸ ਗੱਲ ਨੂੰ ਫੜ ਲਓ, ਇਹੋ ਹੀ ਚੇਤਨ ਸੱਤਾ ਹੈ ਜਿਸ ਨੇ ਇਹ ਗੱਲ ਕਹੀ ਕਿ ਮੇਰਾ ਮਨ ਤੇਰੀ ਗੱਲ ਸੁਣਨ ਵਿੱਚ ਨਹੀਂ ਸੀ। ਮੇਰਾ ਮਨ ਜਿਹੜਾ ਮੇਰਾ ਕਹਿ ਰਿਹਾ ਹੈ, ਮੇਰਾ ਮਨ, ਉਹਦੇ ਵਿੱਚ ਚੇਤਨ ਸੱਤਾ ਹੈ, ਉਹ ਚੇਤਨਤਾ ਹੈ। ਇਸ ਵਾਸਤੇ ਚੇਤਨਤਾ ਕਿਤੇ ਹੋਰ ਹੈ, ਮਨ ਨੂੰ ਚੇਤਨ ਨਾ ਸਮਝੋ। ਕਿਉਂਕਿ ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਗੁਰਮੁਖੋ,
ਸਾਡੀਆਂ ਗਿਆਨ ਇੰਦਰੀਆਂ, ਅੱਖਾਂ ਇਤਿਆਦਿਕ, ਮਨ ਤੇ ਬੁੱਧੀ ਸਭ ਸੁਖੋਪਤ ਵਿੱਚ ਲੀਨ ਹੋ ਜਾਂਦੀਆਂ। ਤੇ ਜਦੋਂ ਸਵੇਰੇ ਉੱਠਦੇ ਹਾਂ ਫਿਰ ਉਹ ਕਹਿੰਦਾ ਹੈ ਕਿ ਭਾਈ ਅੱਜ ਤੇ ਸੁਪਨਾ ਵੀ ਨਹੀਂ ਆਇਆ, ਮੈਂ ਇੰਨਾ ਕੋਕ ਸੌਂ ਗਿਆ। ਜੇ ਮਨ ਚੇਤਨ ਹੁੰਦਾ, ਐਸੇ ਦ੍ਰਿਸ਼ਟਾਂਤ ਦੇ ਕੇ ਬੜੀ ਵੱਡੀ ਵਿਆਖਿਆ ਕੀਤੀ ਹੈ। ਮਨ ਦੇ ਗੁਰਬਾਣੀ ਵਿੱਚ ਬੇਅੰਤ ਅਰਥ ਹਨ। ਮਨ ਦਾ ਅਰਥ ਨਹੀਂ ਵਿੱਚ ਵੀ ਆਇਆ ਹੈ। ਜੈਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਅਸਵਾਰੀ ਕਰਨੀ ਨਹੀਂ ਆਉਂਦੀ, ਇੱਥੇ ਮਨ ਦਾ ਅਰਥ ਹੈ ਨਹੀਂ, ਅਸਵਾਰੀ ਕਰਨੀ ਨਹੀਂ ਆਉਂਦੀ, ਪਰ ਘੋੜੀ ਸ਼ਿੰਗਾਰੀ ਹੋਈ ਹੈ। ਕਿਵੇਂ ਅਸਵਾਰੀ ਕਰੇਗਾ? ਨਹੀਂ ਕਰ ਸਕਦਾ। ਮਨ ਦਾ ਅਰਥ ਜੀਵ ਰੂਪ ਦੇ ਵਿੱਚ ਵੀ ਆਉਂਦਾ ਹੈ। ਮਨ ਦਾ ਅਰਥ ਸੰਕਲਪ ਵਿਕਲਪ ਉਠਾਉਣ ਵਾਲੀ ਸ਼ਕਤੀ ਰੂਪ ਵਿੱਚ ਵੀ ਆਉਂਦਾ ਹੈ। ਮਨ ਜੇ ਸੰਸਾਰੀ ਪਦਾਰਥਾਂ ਦੀ ਲਾਲਸਾ ਦੇ ਵਿੱਚ ਆ ਗਿਆ ਤੇ ਸੰਸਾਰੀ ਬਣ ਜਾਏਗਾ। ਜੇ ਨਾਮ ਦੇ ਵਿੱਚ ਜੁੜ ਗਿਆ ਤੇ ਨਿਰੰਕਾਰੀ ਬਣ ਜਾਏਗਾ। ਮਨ ਸਾਡੇ ਸਰੀਰ ਨੂੰ ਚਲਾਉਣ ਵਾਲਾ ਇੱਕ ਰਥਵਾਹੀ ਦੀ ਨਿਆਈ ਹੈ, ਡਰਾਈਵਰ ਦੀ ਨਿਆਈ ਹੈ। ਸਰੀਰ ਤਾਂ ਇੱਕ ਗੁਰਮੁਖੋ ਗੱਡੀ ਹੈ। ਸਰੀਰ ਮੈਲੇ ਹੋਣ ਦੀ ਦੇਰ ਨਹੀਂ ਲੱਗਣੀ ਜੇ ਮਨ ਸਾਫ਼ ਨਾ ਹੋਇਆ, ਮਨ ਪਵਿੱਤਰ ਨਾ ਹੋਇਆ, ਮਨ ਨੇ ਗੁਰੂ ਦਾ ਭੈ ਨਾ ਮੰਨਿਆ। ਜੇ ਸਾਡੇ ਮਨ ਨੇ ਗੁਰਮਰਿਆਦਾ ਨੂੰ ਨਾ ਮੰਨਿਆ, ਜੇ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਭੈ ਨਾ ਕੀਤਾ, ਤੇ ਮਨ ਕਿਸੇ ਟਾਈਮ ਵੀ ਗਲਤੀ ਦੇ ਪਿੱਛੇ ਲੱਗ ਕੇ ਸਰੀਰ ਕਿਸੇ ਟਾਈਮ ਵੀ ਗਲਤੀ ਕਰ ਸਕਦਾ। ਇਸੇ ਵਾਸਤੇ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਬਹੁਤ ਵੱਡੀ ਚਪੇੜ ਮਾਰੀ ਹੈ ਗੁਰਮੁਖੋ, ਜਿਹੜੇ ਧਰਮੀ ਅਖਵਾਉਂਦੇ ਆ। ਮਹਾਰਾਜ ਕਹਿੰਦੇ ਆਪਣੇ ਮਨ ਵੱਲ ਦੇਖ ਪਿਆਰਿਆ, ਜੇ ਤੇਰਾ ਮਨ ਹੀ ਮੈਲਾ ਹੈ ਤੇ ਤੇਰੇ ਕਰਮ ਵੀ ਮੈਲੇ ਹੋ ਜਾਣਗੇ, ਕਿਉਂਕਿ ਤੂੰ ਗੁਰੂ ਵੱਲ ਦੇਖਣ ਜਾਵੇਂਗਾ। ਸਤਿਗੁਰਾਂ ਦੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਜਾਵੇਂਗਾ। ਪਰ ਜੇ ਮਨ ਮੈਲਾ ਹੈ ਤੇ ਉੱਥੇ ਧੀਆਂ ਭੈਣਾਂ ਨੂੰ ਜਿਹੜਾ ਮਰਦ ਹੈ ਉਹ ਮਾੜੀ ਨਿਗਾਹ ਨਾਲ ਤੱਕੇਗਾ। ਜੇ ਕੋਈ ਬੀਬੀ ਹੈ ਉਹ ਮਰਦਾਂ ਦੇ ਸਰੀਰ ਨੂੰ ਮਾੜੀ ਨਿਗਾਹ ਨਾਲ ਤੱਕੇਗੀ। ਕਰਮ ਮੈਲਾ ਹੋ ਗਿਆ। ਗੁਰਦੁਆਰੇ ਆਉਣ ਵਾਲਾ ਵੀ ਸੇਵਾ ਕਰਦਿਆਂ ਜੇ ਤੇਰਾ ਮਨ ਮੈਲਾ ਹੈ ਤੇ ਕਰਮ ਤੇਰਾ ਮੈਲਾ ਔਰ ਮੈਲ ਲੱਗੀ ਜਾਏਗੀ। ਗੁਰੂ ਚਰਨਾਂ 'ਚ ਅਰਦਾਸ ਕਰ, ਨਿਮਾਣਾ ਬਣ, ਸੇਵਾ ਨਾ ਛੱਡ, ਦਰਸ਼ਨ ਨਾ ਛੱਡ, ਗੁਰੂ ਦੇ ਦਰ ਘਰ ਵਿੱਚ ਕਥਾ ਕੀਰਤਨ ਸੁਣਨਾ ਨਾ ਛੱਡ, ਹੰਕਾਰ ਛੱਡ। ਹਉਮੈ ਛੱਡ ਕੇ ਮੈਂ ਸੰਗਤ ਕਰਦਾ, ਹਉਮੈ ਛੱਡ ਕੇ ਮੈਂ ਸੇਵਾ ਕਰਦਾ, ਹਉਮੈ ਛੱਡ ਕੇ ਮੈਂ ਧਰਮੀ ਆ। ਧੰਨ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਮੈਲਾ ਸਭ ਕਿਛ ਮੈਲਾ। ਜੇ ਤੇਰਾ ਮਨ ਮੈਲਾ ਹੀ ਪਿਆਰਿਆ ਤੇ ਸਭ ਕੁਛ ਹੀ ਮੈਲਾ ਤੇਰਾ। ਗੁਰਮੁਖੋ ਕਿਸੇ ਗੰਦੇ ਥਾਂ ਦੇ ਉੱਤੇ ਇੱਕ ਸਕਿੰਟ ਵਾਸਤੇ ਡਿੱਗ ਪਈਏ, ਭਾਵੇਂ ਕੋਈ ਇੱਕ ਘੰਟੇ ਵਾਸਤੇ ਡਿੱਗ ਪਏ, ਸਰੀਰ ਤੇ ਕੱਪੜੇ ਗੰਦੇ ਹੋ ਗਏ ਨਾ, ਠੀਕ ਹੈ, ਸਰੀਰ ਦੇ ਵਿੱਚ ਅਸਰ ਘੱਟ ਹੋਏਗਾ। ਜਿਹੜਾ ਡਿੱਗਿਆ ਤੇ ਛੇਤੀ ਨਾਲ ਬਾਹਰ ਨਿਕਲ ਆਇਆ, ਪਰ ਕੱਪੜੇ ਤੇ ਮੈਲੇ ਹੋ ਗਏ। ਮਨ ਕੁਝ ਸਕਿੰਟ ਵਾਸਤੇ ਗਲਤ ਸੋਚ ਵਿੱਚ ਗਿਆ, ਇੱਕ ਵਾਰ ਤਾਂ ਗੰਦਗੀ ਲੱਗ ਗਈ ਨਾ। ਸਤਿਗੁਰਾਂ ਨੇ ਤਾਂ ਦੇਖ ਲਿਆ ਨਾ ਕਿ ਤੂੰ ਗਲਤ ਪਾਸੇ ਗਿਆ ਹੈ, ਸੰਸਾਰ ਨੇ ਨਹੀਂ ਦੇਖਿਆ। ਸਤਿਗੁਰਾਂ ਨੇ ਪਰਦਾ ਰੱਖਿਆ ਹੈ, ਧੰਨਵਾਦ ਇਹਨਾਂ ਦਾ। ਪਰਦੇ ਢੱਕਦੇ ਆ, ਧੰਨਵਾਦ ਉਹਨਾਂ ਦਾ। ਪਰ ਮਨ ਤਾਂ ਗੰਦਾ ਹੋ ਗਿਆ ਨਾ ਇੱਕ ਵਾਰੀ, ਫਿਰ ਇਹਨੂੰ ਸਾਫ਼ ਕਰਨਾ ਪਵੇਗਾ। ਕਿਵੇਂ ਕਰਾਂਗੇ? ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਾਲ ਨਹਾਉ। ਅੰਦਰਲਾ ਤੀਰਥ ਹੈ ਇਹ, ਅੰਦਰਲਾ ਸਰੋਵਰ ਹੈ। ਸਤਿਗੁਰਾਂ ਦੀ ਬਾਣੀ ਸੁਣ, ਪੜ, ਗਾ, ਪਰ ਪ੍ਰੇਮ ਵੀ ਕਰ ਨਾਲ ਨਾਲ, ਤੇਰਾ ਹਿਰਦਾ ਪਵਿੱਤਰ ਹੋਏਗਾ। ਇਸ ਤਰ੍ਹਾਂ ਜਿਹੜਾ ਗੁਰਮੁਖੋ ਹਿਰਦੇ ਨੂੰ ਪਵਿੱਤਰ ਕਰਦਾ ਹੈ ਉਹ ਕੀ ਹੋ ਜਾਂਦਾ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਤਰ੍ਹਾਂ ਮਨ ਦੀ ਬਹੁਤ ਵੱਡੀ ਵਿਆਖਿਆ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ। ਕਬੀਰ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜਿयो, ਇਹ ਮਨ ਲੇਜ ਉਨ ਮਨ ਰਹੈ, ਤੋ तीन लोक की बातें कहे।
ਇਹ ਮਨ ਸ਼ਕਤੀ ਰੂਪ ਮਾਇਆ ਰੂਪ ਹੈ। ਜੇ ਸੰਸਾਰ ਵੱਲ ਜੁੜ ਗਿਆ ਇਹ ਮਾਇਆ ਵੀ ਬਣ ਜਾਏਗਾ। ਇਹ ਮਨ ਸ਼ਕਤੀ ਤੋਂ ਭਾਵ ਸੰਸਾਰੀ ਮਾਇਆ ਸ਼ਕਤੀ, ਸ਼ਕਤੀ ਵਿੱਚ ਜੁੜ ਕੇ ਹੀ ਸਾਖਤ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਹੀਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਸਾਖਤ ਕੌਣ ਹੈ? ਜਿਹੜਾ ਸ਼ਕਤੀ ਨਾਲ ਮਾਇਆ ਨਾਲ ਹੀ ਹਰ ਟਾਈਮ ਜੁੜਿਆ ਰਹਿੰਦਾ, ਤਨ ਮਨ ਕਰਕੇ, ਮਾਇਆ ਤੋਂ ਬਗੈਰ ਕੁਝ ਨਹੀਂ ਸੋਚਦਾ। ਜਿਹੜਾ ਰਾਜਸੀ ਮਾਇਆ ਹੋਵੇ, ਤਾਮਸੀ ਮਾਇਆ ਹੋਵੇ, ਜਾਂ ਰਿੱਧੀਆਂ ਸਿੱਧੀਆਂ ਦੀ ਮਾਇਆ ਹੋਵੇ, ਗੁਰੂ ਦੀ ਖੁਸ਼ੀ ਨਹੀਂ, ਗੁਰੂ ਦੀ ਬਖਸ਼ਿਸ਼ ਨਹੀਂ ਚਾਹੀਦੀ, ਵਾਹਿਗੁਰੂ ਦੀ ਪ੍ਰਸੰਨਤਾ ਨਹੀਂ ਚਾਹੀਦੀ, ਵਾਹਿਗੁਰੂ ਵਿੱਚ ਅਭੇਦਤਾ ਨਹੀਂ, ਮੁਕਤੀ ਦੀ ਇੱਛਾ ਨਹੀਂ ਚਾਹੀਦੀ, ਪੈਸੇ ਚਾਹੀਦੇ ਨੇ ਵੱਧ ਤੋਂ ਵੱਧ, ਜਾਂ ਰਾਜਸੀ ਤਾਕਤ ਚਾਹੀਦੀ ਵੱਧ ਤੋਂ ਵੱਧ। ਜੇ ਥੋੜਾ ਜਿਹਾ ਜੁੜਿਆ ਤੇ ਅੰਦਰ ਦੀ ਤਾਕਤ ਰਿੱਧੀਆਂ ਸਿੱਧੀਆਂ ਚਾਹੀਦੀਆਂ, ਉਹ ਮਨ ਦੇ ਟਿਕਾਣਾ ਮਿਲ ਗਈਆਂ। ਜੇ ਇਹਨਾਂ ਚੀਜ਼ਾਂ ਨਾਲ ਹੀ ਜੁੜਿਆ ਤੇ ਸਾਖਤ ਬਣਨ ਵਿੱਚ ਦੇਰੀ ਨਹੀਂ ਲੱਗੇਗੀ। ਸਰੀਰ ਕਰਕੇ ਵੀ ਬਹੁਤ ਔਗਣਿਆਰਾ ਬਣ ਜਾਏਗਾ। ਤੇ ਜੇ ਨਿਰੰਕਾਰ ਵੱਲ ਜੁੜ ਗਿਆ ਤੇ ਇਹ ਮਨ ਸੀਓ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਿਵ ਰੂਪ, ਕਲਿਆਣ ਰੂਪ ਬਣ ਜਾਏਗਾ। ਜੇ ਤੱਤਾਂ ਨਾਲ, ਸਰੀਰਾਂ ਨਾਲ ਜੁੜ ਗਿਆ, ਇਹ ਮਨ ਪੰਚ ਤੱਤ ਕੋ ਜੀਓ, ਤੱਤਾਂ ਨਾਲ ਜੁੜਿਆ ਹੋਇਆ ਇਹ ਜੀਵ ਰੂਪ ਦੇ ਵਿੱਚ। ਇਹ ਮਨ ਲੈ ਜੋ ਉਨਮਨ ਰਹਿ, ਇਸ ਮਨ ਨੂੰ, ਸੋਚਣ ਸ਼ਕਤੀ ਨੂੰ ਜੇ ਲੈ ਕੇ ਨਾਮ ਵਿੱਚ ਜੁੜ ਜਾਵੇ ਤਾਂ ਭਗਤ ਜੀ ਕਹਿੰਦੇ ਨੇ, ਤੀਨ ਲੋਕ ਕੀ ਬਾਤਾਂ ਕਹੇ। ਤਾਂ ਇਹ ਮਨ ਜਿਹੜਾ ਤਿੰਨਾਂ ਲੋਕਾਂ ਦੀਆਂ ਗੱਲਾਂ, ਭਵਿੱਖਤ ਬਚਨ ਸਾਰਾ ਕੁਝ ਜਾਣ ਲੈਂਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਿਤੇ ਗੁਰਦੁਆਰੇ ਦੇ ਉੱਪਰ ਖੜੇ ਸਨ, ਜੋ ਵਾਹਿਗੁਰੂ ਕਮਰਿਆਂ ਦੇ ਉੱਤੇ, ਜਿਸ ਰਹਾਇਸ਼ ਦੇ ਉੱਤੇ ਖੜੇ ਸਨ, ਉਤਾਂ ਨੂੰ ਵੇਖ ਰਹੇ ਸੀ ਆਕਾਸ਼ ਵੱਲ ਨੂੰ, ਤੇ ਸਿੰਘ ਵੀ ਦੇਖਣ ਲੱਗ ਪਏ। ਤੇ ਸਤਿਪੁਰਖ ਹੱਸ ਕੇ ਕਹਿਣ ਲੱਗੇ, ਗੁਰਮੁਖ ਕਹਿਣ ਲੱਗੇ ਹੱਸ ਕੇ, ਕਹਿੰਦੇ ਸਿੰਘੋ ਕੀ ਵੇਂਦੇ ਜੀ? ਕਹਿੰਦੇ ਆਪ ਜੀ ਕੀ ਵੇਖ ਰਹੇ? ਕਹਿੰਦੇ ਜਦੋਂ ਕੋਈ ਸਾਧ, ਕੋਈ ਜਿਸਨੇ ਆਪਣੇ ਮਨ ਨੂੰ ਸਾਧਿਆ, ਗੁਰਮੁਖ ਜਦੋਂ ਕੋਈ ਆਕਾਸ਼ ਨੂੰ ਵੇਂਦਾ ਹੈ ਨਾ, ਇਹ ਨਾ ਸਮਝੇ ਉਹ ਤਾਰੇ ਦੇਖ ਰਿਹਾ ਹੈ, ਉਹ ਆਉਣ ਵਾਲਾ ਸਮਾਂ ਦੇਖ ਰਿਹਾ। ਭਗਤ ਜੀ ਇਹੋ ਹੀ ਕਹਿੰਦੇ ਨੇ, ਤਉ ਤੀਨ ਲੋਕ ਕੀ ਬਾਤਾਂ ਕਹੇ, ਤਿੰਨਾਂ ਲੋਕਾਂ ਦੀਆਂ ਉਹ ਗੱਲਾਂ ਕਹਿੰਦਾ। ਆਓ ਸਤਿਗੁਰੂ ਸਾਹਿਬ ਜੀ ਦੱਸ ਰਹੇ ਨੇ ਸਾਨੂੰ, ਭਾਈ ਜਿੱਥੇ ਤੁਹਾਡਾ ਮਨ ਜੁੜਿਆ ਉਹੋ ਹੀ ਮੰਨੋ, ਧਰਮੀ ਨਾ ਮੰਨੋ। ਇਹਦੇ ਵਿੱਚ ਬਚਨ ਕੀ ਕਿਹਾ ਸੀ ਸਤਿਗੁਰਾਂ ਨੇ? ਮਨ ਮਾਇਆ ਮਨ ਧਾਇਆ। ਮਨ ਜਿਹੜਾ ਹੈ ਮਾਇਆ ਵਿੱਚ ਜੁੜਿਆ ਹੋਇਆ, ਇਹ ਜਿਹੜਾ ਮਨ ਹੈ ਨਾ ਜੀਵ, ਇਹ ਹਲਕਾਰਾ ਬਣਿਆ ਫਿਰਦਾ ਹੈ, ਭੱਜਿਆ ਹੀ ਫਿਰਦਾ ਹੈ ਹਰ ਟਾਈਮ। ਜਿਵੇਂ ਹਲਕਾਏ ਹੋਏ ਕੁੱਤੇ ਨੂੰ, ਜੋ ਕੁੱਤਾ ਹੈ ਉਹ ਭੱਜਿਆ ਹੀ ਫਿਰਦਾ ਹੈ। ਲੋਭ ਲਹਿਰ ਸਭ ਸਵਾਨ ਹਲਕਾ, ਹਲਕਿਓ ਸਭੈ ਬਿਗਾਰੇ। ਉਹ ਸਿਮਰਨ ਕਰਨ ਵਾਲਿਆਂ ਨੂੰ, ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ, ਗੁਰੂ ਘਰ ਦੇ ਵਿੱਚ ਬੈਠ ਕੇ ਕਥਾ ਕੀਰਤਨ ਸੁਣਨ ਕਰਨ ਵਾਲਿਆਂ ਨੂੰ ਕਹਿ ਦਿੰਦਾ ਵਿਹਲੇ ਨੇ, ਇਹਨਾਂ ਕੋਲ ਤੇ ਕੋਈ ਕੰਮ ਹੀ ਨਹੀਂ ਹੈਗਾ। ਮਨ ਹਲਕਾਰਾ ਵੀ ਬਣਿਆ ਫਿਰਦਾ ਹੈ, ਮਨ ਭੱਜਿਆ ਹੀ ਫਿਰ ਰਿਹਾ ਹੈ। ਮਨ ਪੰਖੀ ਆਕਾਸ, ਮਨ ਜਿਹੜਾ ਹੈ ਗੁਰਮੁਖੋ, ਇਹ ਮੰਨੋ ਜਿਵੇਂ ਆਕਾਸ਼ ਦੇ ਵਿੱਚ ਪੰਖੀ ਨਹੀਂ ਉੱਡੇ ਫਿਰਦੇ, ਪੰਛੀ, ਉਹਨਾਂ ਦੇ ਦੋ ਖੰਭ ਨੇ, ਉਹ ਖੰਭਾਂ ਨਾਲ ਉੱਡਦੇ ਆ। ਮਨ ਸੰਕਲਪ ਤੇ ਵਿਕਲਪ ਸੋਚਦਾ ਹੈ, ਸੰਕਲਪ ਹੈ, ਫਲ ਦੀ ਇੱਛਾ ਸੋਚਦਾ ਹੈ, ਤੇ ਵਿਕਲਪ ਹੈ, ਭਾਵ ਇਹ ਕੰਮ ਕਰਕੇ ਮੈਨੂੰ ਮਿਲੂਗਾ ਕੀ, ਕੰਮ ਬਾਰੇ ਸੋਚਦਾ ਹੈ, ਫਿਰ ਉਹਦਾ ਫਲ ਸੋਚਦਾ ਹੈ ਮੈਨੂੰ ਮਿਲੇਗਾ ਕੀ। ਸੰਕਲਪੋ ਵਿਕਲਪੋ ਹੀ ਮਨ, ਸੰਕਲਪ ਵਿਕਲਪ ਹੀ ਮਨ ਹੈ। ਤੇ ਆਕਾਸ਼ ਵਿੱਚ ਆਕਾਸ਼ਾਚਾਰੀ ਹੋ ਰਿਹਾ ਹੈ, ਆਕਾਸ਼ ਦੇ ਵਿੱਚ ਬੜੀਆਂ ਬੜੀਆਂ ਉਡਾਰੀਆਂ, ਬੜਾ ਸੋਚਦਾ ਹੈ। ਭਗਤ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਪਗਾ ਬਿਨ ਹੁਰੀਆ ਮਾਰਤਾ, ਬਦਨੈ ਬਿਰ ਖਿਰ ਖਿਰ ਹਾਸਤਾ, ਬਿਨ ਬਾਸਨ ਖੀਰ ਬਿਲੋਵੈ, ਬਿਨ ਸੇਜਾ ਮੰਦਰ ਸੋਵੈ। ਇਹ ਮਨ ਕਦੀ ਕਹਿੰਦਾ ਏਦਾਂ ਖੀਰ ਬਣਾਵਾਂਗੇ, ਉਹਦੇ ਵਿੱਚ ਆਹ ਚੀਜ਼ਾਂ ਪਾਵਾਂਗੇ, ਭਾਂਡਾ ਕੋਈ ਹੈ ਨਹੀਂ, ਦੁੱਧ ਕੋਲ ਹੈ ਨਹੀਂ, ਸੋਚੀ ਜਾ ਰਿਹਾ ਖੀਰ ਬਣਾਵਾਂਗੇ। ਬਿਨ ਬਾਸਨ ਖੀਰ ਬਿਲੋਵੈ, ਬਿਨਾਂ ਭਾਂਡੇ ਤੋਂ ਹੀ ਦੁੱਧ ਨੂੰ ਰਿੜਕੀ ਜਾ ਰਿਹਾ। ਖੀਰ ਨਾਮ ਦੁੱਧ ਦਾ ਵੀ ਹੁੰਦਾ ਹੈ ਕਿ ਇਸ ਤਰ੍ਹਾਂ ਮੈਂ ਦੁੱਧ ਲਿਆਵਾਂਗਾ, ਦੁੱਧ ਜਮਾਵਾਂਗਾ, ਫਿਰ ਉਹਨੂੰ ਰਿੜਕਾਂਗਾ, ਉਹਦੇ ਵਿੱਚ ਘਿਓ ਕੱਢਾਂਗਾ, ਮੱਖਣ ਕੱਢਾਂਗਾ, ਤਾਂ ਫਿਰ ਖਾਵਾਂਗਾ। ਭਾਂਡਾ ਕੋਲ ਕੋਈ ਨਹੀਂ, ਦੁੱਧ ਕੋਲ ਕੋਈ ਨਹੀਂ, ਬਿਨਾਂ ਪੈਰਾਂ ਤੋਂ ਸੰਕਲਪਾਂ ਵਿਕਲਪਾਂ ਦੀਆਂ ਛਾਲਾਂ ਮਾਰਦਾ ਹੈ।
ਆਕਾਸ਼ਾਚਾਰੀ ਹੋਇਆ ਰਹਿੰਦਾ ਹੈ। ਤਸ ਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਵਾਸ। ਜਿਨ੍ਹਾਂ ਨੇ ਗੁਰਮੁਖੋ ਤਸਕਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸੰਗਤ ਵਿੱਚੋਂ ਮਨ ਨੂੰ ਵਰਜ ਲਿਆ, ਨਿਵਰਤ ਕਰ ਲਿਆ ਹੈ ਗੁਰੂ ਦੇ ਚਰਨ ਲੱਗ ਕਰਕੇ, ਗੁਰੂ ਦੀ ਬਖਸ਼ਿਸ਼ ਨਾਲ, ਫਿਰ ਇਹ ਨਗਰ ਬੁੱਠਾ, ਇਹ ਸਰੀਰ ਰੂਪੀ ਨਗਰੀ ਬੜੀ ਸੋਹਣੀ ਵਸ ਪਵੇਗੀ। ਜਿਸ ਤਰ੍ਹਾਂ ਚੋਰ ਬਦਮਾਸ਼ ਡਾਕੂ ਕਿਸੇ ਨੂੰ ਵਸਣ ਨਹੀਂ ਨਾ ਦਿੰਦੇ ਸ਼ਾਂਤੀ ਨਾਲ, ਇਸ ਤਰ੍ਹਾਂ ਸਰੀਰ ਨੂੰ ਕਾਮ ਕਰੋ ਲੋਭ ਹੰਕਾਰ ਵਸਣ ਨਹੀਂ ਦਿੰਦੇ, ਕਿਉਂਕਿ ਮਨ ਇਹਨਾਂ ਦੇ ਕਾਬੂ ਵਿੱਚ ਆਇਆ ਹੋਇਆ। ਇਹ ਨਗਰੀ ਕੱਚੀ ਹੈ, ਬਾਲਕੇ ਰਾਜਾ ਹੈ ਮਨ, ਪੰਜਾਂ ਦੇ ਵਸ ਹੋਇਆ ਪਿਆ ਹੈ। ਇਸ ਦੇਹੀ ਅੰਦਰ ਪੰਚ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁਟਾ ਹੈ, ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕੋਈ ਪੁਕਾਰ ਨਹੀਂ ਸੁਣਦਾ, ਵਸਣ ਹੀ ਨਹੀਂ ਦਿੰਦੇ ਇਹ ਨਗਰ। ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈ ਨਾ, ਤਸਕਰ ਸ਼ਬਦ ਨਿਵਾਰਿਆ। ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕੇ, ਗੁਰੂ ਦੀ ਮਰਿਆਦਾ ਦੇ ਵਿੱਚ ਚੱਲ ਕੇ, ਗੁਰੂ ਸਾਹਿਬ ਜੀ ਦੇ ਹੁਕਮ ਨੂੰ ਪਹਿਲਾਂ ਸਰੀਰ ਕਰਕੇ ਮੰਨਾਂਗੇ ਗੁਰਮੁਖੋ, ਤਾਂ ਹੀ ਇਹਨਾਂ ਦਾ ਜ਼ੋਰ ਘਟੇਗਾ ਨਾ। ਕਿਉਂਕਿ ਬਾਹਰੋਂ ਵੀ ਵੇਖ ਕੇ ਅੱਖਾਂ ਨਾਲ, ਅੱਜ ਕੱਲ ਕਿਉਂ ਬੱਚੇ ਵਿਗੜੇ ਪਏ, ਬੀਬੀਆਂ ਨੇ ਵਾਲ ਖੁੱਲੇ ਛੱਡਣੇ ਸ਼ੁਰੂ ਕਰ ਦਿੱਤੇ ਆ, ਤੇ ਜਿਵੇਂ ਸਿੰਘ ਸਾਹਿਬ ਜੀ ਕਹਿ ਰਹੇ ਸੀ, ਬੱਚਿਆਂ ਨੇ ਪਿੱਛੇ ਕੇਸਾਂ ਦਾ ਜੂੜਾ ਬੰਨਣਾ ਸ਼ੁਰੂ ਕਰ ਦਿੱਤਾ, ਜਾਂ ਗੁੱਤਾਂ ਜੀਆਂ ਕਰਨ ਲੱਗ ਪਏ ਨੇ। ਕਿੱਥੋਂ ਵੇਖਿਆ ਇਹ ਫੈਸ਼ਨ? ਟੀਵੀਆਂ ਦੇ ਉੱਤੇ, ਫਿਲਮਾਂ ਦੇ ਵਿੱਚ। ਮੰਨੇ ਕਿਹਾ ਨਾ ਕਿ ਆਹ ਚੰਗਾ ਹੈ, ਇਸ ਤਰ੍ਹਾਂ ਸਮਾਜ ਵਿੱਚ ਸੋਹਣੇ ਲੱਗਦੇ। ਗੁਰੂ ਦੀ ਰਹਿਤ ਮਰਿਆਦਾ ਨਹੀਂ ਮੰਨੀ ਤਾਂ ਫਿਰ ਗੁਰਮੁਖੋ ਕਿਵੇਂ ਨਗਰ ਵਸੇਗਾ? ਪਹਿਲਾਂ ਸਰੀਰ ਕਰਕੇ ਤਿਆਰ ਬਰ ਤਿਆਰ ਰਹਿਣਾ ਪਵੇਗਾ। ਸਰੀਰ ਕਰਕੇ ਫਿਰ ਆਪਾਂ ਜਦੋਂ ਮਰਿਆਦਾ ਵਿੱਚ ਆਵਾਂਗੇ, ਫਿਰ ਮਨ ਵੀ ਰਹਿਤ ਰਹਿ ਜਾਹੇ ਵਿਕਾਰਾ, ਰੋਕਦਿਆਂ ਨੀਠ ਮਨ ਕੀਓ ਧੀਰਾ। ਕਬੀਰ ਸਾਹਿਬ ਜੀ ਕਹਿੰਦੇ ਮਸਾਂ ਰੋਕ ਕੇ, ਪਹਿਲਾਂ ਸਰੀਰ ਨੂੰ ਰੋਕਿਆ, ਫਿਰ ਮਨ ਨੂੰ ਸਮਝਾਇਆ ਬੁੱਧੀ ਨੂੰ ਜਦੋਂ ਸਮਝ ਲੱਗ ਗਈ, ਸਾਡੇ ਦਿਮਾਗ ਨੂੰ ਸਮਝ ਲੱਗ ਗਈ, ਜਦੋਂ ਮਨ ਕਹਿੰਦਾ ਇਸ ਤਰ੍ਹਾਂ ਕਹੀਏ, ਬੁੱਧੀ ਉਸੇ ਵੇਲੇ ਕਹਿੰਦੀ ਨਹੀਂ, ਇਹ ਗੁਰਮਰਿਆਦਾ ਨਹੀਂ, ਇਹ ਗੁਰੂ ਸਾਹਿਬ ਦਾ ਹੁਕਮ ਨਹੀਂ। ਜੇ ਤੂੰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੰਨਦਾ ਤੇ ਮਰਿਆਦਾ ਨਹੀਂ, ਜੇ ਤੂੰ ਹਿੰਦੂ ਮੰਨਦਾ ਹੈ ਆਪਣੇ ਆਪ ਨੂੰ ਤਾਂ ਹਿੰਦੂ ਗ੍ਰੰਥਾਂ ਵਿੱਚ ਇਹ ਮਰਿਆਦਾ ਨਹੀਂ ਹੈ। ਉਸੇ ਵੇਲੇ ਵੀਰ ਉਹ ਸਿਆਣੇ ਕਹਿਣਗੇ ਨਹੀਂ, ਇਹ ਉਪਦੇਸ਼ ਨਹੀਂ ਹੈ। ਮੁਸਲਮਾਨ ਵੀਰ ਕਹਿਣਗੇ ਮੁਹੰਮਦ ਸਾਹਿਬ ਦਾ ਉਪਦੇਸ਼ ਨਹੀਂ ਹੈ। ਈਸਾਈ ਵੀਰ ਉਸੇ ਵੇਲੇ ਮਨ 'ਚ ਸੋਚਣਗੇ ਇਹ ਈਸਾ ਮਸੀਹ ਜੀ ਦਾ ਉਪਦੇਸ਼ ਨਹੀਂ ਹੈ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ ਹੈ, ਉਹਨਾਂ ਦੇ ਪੰਜਾਂ ਤਸਕਰਾਂ ਚੋਰਾਂ ਨੂੰ ਨਿਵਰਤ ਕਰ ਲਿਆ। ਇਸ ਤਰ੍ਹਾਂ ਇਹ ਸਰੀਰ ਰੂਪੀ ਨਗਰ ਸੋਹਣਾ ਵਸ ਗਿਆ ਹੈ। ਜਾ ਤੂੰ ਰਾਖ ਹੈ ਰਾਖ ਲਹੇ, ਸਾਬਤ ਹੋਵੈ ਰਾਸ। ਜੇ ਹੈ ਹਰੀ ਅਕਾਲ ਪੁਰਖ ਵਾਹਿਗੁਰੂ, ਤੁਸੀਂ ਰੱਖ ਲਓ ਨਾ ਕਿਰਪਾ ਕਰਕੇ। ਕਿੱਥੇ ਰੱਖੇ? ਗੁਰੂ ਦੀ ਸ਼ਰਨ ਵਿੱਚ। ਕਿਰਪਾ ਕਰਕੇ ਗੁਰੂ ਦੀ ਸ਼ਰਨ ਵਿੱਚ ਰੱਖ ਦਵੇਂ ਤੇ ਕੀ ਹੋਵੇਗਾ? ਰਾਖ ਲੈ, ਫਿਰ ਉਹ ਗੁਰੂ ਸਾਡੀ ਰੱਖਿਆ ਕਰੇਗਾ। ਹਰ ਟਾਈਮ ਅੰਗ ਸੰਗ ਰਹਿਣ ਵਾਲੇ ਨੇ। ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਸਰੂਪਾ। ਉਹ ਗੁਰੂ ਸਾਹਿਬ ਜੀ ਰੱਖਿਆ ਕਰਨਗੇ, ਰਾਖ ਲੈਣਗੇ ਸਾਨੂੰ। ਫਿਰ ਕੀ ਹੋਵੇਗਾ? ਇਹ ਜਿਹੜੀ ਪੂੰਜੀ ਹੈ, ਜੋ ਸੰਗਤ ਦੇ ਵਿੱਚ ਹਾਜ਼ਰੀ ਭਰੀ ਹੈ, ਜੋ ਕੀਰਤਨ ਸੁਣਿਆ, ਕਥਾ ਕੀਤੀ ਹੈ, ਕੀਰਤਨ ਕੀਤਾ ਹੈ, ਜੋ ਗੁਰੂ ਘਰ ਵਿੱਚ ਸੇਵਾ ਕੀਤੀ ਹੈ, ਇਹ ਰਾਸੀ ਪੂੰਜੀ ਸਾਬਤ ਹੋ ਜਾਵੇਗੀ। ਨਹੀਂ ਤਾਂ ਇਹ ਖੋਟ ਪਾ ਦੇਣਗੇ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੈ, ਜੋ ਬੀਚ ਨਾ ਖਾਹੀ ਕਾਂਬ। ਜੇ ਵਿੱਚ ਕੋਈ ਕਾਣੋ ਨਹੀਂ ਹੋਏਗੀ ਤਾਂ ਬਾਗ ਦੇ ਮਾਲਕ ਦੇ ਪਾਸ ਮਾਲੀ ਅੰਬ ਭੇਟਾ ਕਰ ਸਕਦਾ ਹੈ। ਜਿਹਦੇ ਵਿੱਚ ਕਾਣੋ ਪੈ ਗਈ ਹੈ, ਜਿਹੜਾ ਅੰਬ ਖਰਾਬ ਹੋ ਗਿਆ ਹੈ, ਜੋ ਫਲ ਖਰਾਬ ਹੋ ਗਿਆ, ਉਹ ਮਾਲਕ ਦੇ ਅੱਗੇ ਭੇਟਾ ਨਹੀਂ ਕੀਤਾ ਜਾ ਸਕਦਾ। ਜਿਸ ਸੇਵਾ ਵਿੱਚ ਖੋਟ ਪੈ ਗਈ, ਮਨ ਗੰਦੇ ਨੇ ਆਪਣੀ ਗੰਦਗੀ ਮਿਲਾ ਦਿੱਤੀ, ਵਾਸ਼ਨਾ ਮਿਲਾ ਦਿੱਤੀ, ਉਹ ਗੁਰੂ ਚਰਨਾਂ 'ਚ ਕਿਵੇਂ ਭੇਟ ਹੋ ਸਕਦੀ ਹੈ? ਉਸ ਨਾਲ ਗੁਰੂ ਦੀ ਖੁਸ਼ੀ ਨਹੀਂ। ਫਿਰ ਉਸ ਸੇਵਾ ਦੇ ਨਾਲ ਸੰਸਾਰੀ ਫਲ ਮਿਲਣਗੇ, ਕੋਈ ਧਨ ਪਦਾਰਥ ਮਿਲੇਗਾ, ਕੋਈ ਵਡਿਆਈ ਮਿਲੇਗੀ, ਕੋਈ ਰਾਜਸੀ ਤਾਕਤ ਮਿਲੇਗੀ, ਫਿਰ ਗੁਰੂ ਦੀ ਖੁਸ਼ੀ ਨਹੀਂ ਮਿਲੇਗੀ। ਮਹਾਰਾਜ ਜੇ ਤੁਸੀਂ ਕਿਰਪਾ ਕਰੋ ਗੁਰੂ ਸ਼ਰਨ 'ਚ ਰੱਖ ਲਓ
ਤਾਂ ਸਾਡੀ ਰਾਸ ਪੂੰਜੀ ਹੈ ਜਿਹੜੀ ਹੈ ਨਾਮ ਸਿਮਰਨ ਸੇਵਾ ਦੀ, ਇਹ ਸਾਬਤ ਹੋ ਜਾਵੇਗੀ, ਪੂਰੀ ਜਿਹੜੀ ਹੈ ਸਹੀ ਉਤਰ ਜਾਵੇਗੀ। ਐਸਾ ਨਾਮ ਰਤਨ ਨਿਧ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਆਪ ਜੀ ਦਾ ਨਾਮ ਹੈ ਨਿਧ ਮੇਰਾ, ਜੋ ਖਜ਼ਾਨਾ ਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਵੀ ਦਿਓ, ਮੇਰੀ ਰਸਨਾ ਤੇ ਵੀ ਦਿਓ, ਕਿਰਪਾ ਕਰਕੇ ਐਸੇ ਨਾਮ ਰੂਪੀ ਖਜ਼ਾਨੇ ਦੀ ਆਪ ਦਾਤ ਦੇ ਦਿਓ। ਗੁਰਮਤਿ ਦੇਹ ਲਗੋ ਪਗ ਤੇਰਾ। ਮਹਾਰਾਜ ਜੇ ਗੁਰੂ ਦੀ ਸ਼ਰਨ ਵਿੱਚ ਪਾ ਕਰਕੇ ਤੁਸੀਂ ਗੁਰਮਤਿ ਦੀ ਦਾਨ ਦਿਓ, ਹਰ ਕਿਰਪਾ ਤੇ ਗੁਰ ਮਿਲੇ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਨਾ ਫਿਰ ਪੂਰਨ ਗੁਰੂ ਮਿਲਦਾ ਹੈ। ਜਿਨ੍ਹਾਂ ਦੀ ਕਿਸਮਤ ਮਾੜੀ ਹੈ ਉਹ ਝੂਠੇ ਗੁਰੂਆਂ ਦੀ ਸ਼ਰਨ 'ਚ ਪੈ ਜਾਂਦੇ। ਜਿਹੋ ਜੇ ਗੁਰੂ ਪਖੰਡੀ ਫਿਰ ਉਹ ਵੀ ਉਹੋ ਜਿਹੇ ਪਖੰਡੀ। ਬਸ ਪੂਰੇ ਸਤਿਗੁਰੂ ਦੀ ਸ਼ਰਨ ਤਾਂ ਮਿਲਦੀ ਦਾਤਾ ਜੀ ਜੇ ਤੁਸੀਂ ਕਿਰਪਾ ਕਰੋ, ਜੇ ਆਪ ਜੀ ਮਿਹਰ ਕਰੋ, ਮਹਾਰਾਜ ਸੱਚੇ ਪਾਤਸ਼ਾਹ ਜੀ ਤਰਸ ਕਰੋ ਤਾਂ ਬਖਸ਼ਿਸ਼ ਮਿਲੇਗੀ। ਗੁਰਮਤਿ ਮਹਾਰਾਜ ਜੀ ਦੇ ਦਿਓ ਕਿਰਪਾ ਕਰਕੇ, ਲਗਾਓ ਪੱਗ ਤੇਰੇ, ਤਾਂ ਮੈਂ ਆਪ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਹਿਰਦੇ ਚਰਨ ਕਿਹੜੇ ਆ? ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸਾਹਿਬ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾਤਾ ਜੀ ਕਹਿੰਦੇ ਆ ਚਿੱਤ ਚਰਨ ਨਾਮ। ਚਿੱਤ ਵਿੱਚ ਚਰਨ ਕਿਹੜੇ? ਨਾਮ। ਮਹਾਰਾਜ ਤੁਹਾਡੇ ਨਾਮ ਰੂਪੀ ਚਰਨਾਂ ਨਾਲ ਤਾਂ ਲੱਗ ਸਕਦੇ ਆ। ਕਿਰਪਾ ਕਰੋ ਸਾਨੂੰ ਵੀ ਖੰਡੇ ਬਾਟੇ ਦੀ ਪਹੁਲ ਦੇ ਦਿਓ। ਪੰਜਾਂ ਪਿਆਰਿਆਂ ਦੁਆਰਾ ਨਾਮ ਦੀਖਿਆ ਸਿੱਖਿਆ ਦ੍ਰਿੜ ਕਰਵਾ ਦਿਓ। ਕਿਰਪਾ ਕਰੋ ਸਾਡੇ ਤੇ ਇਸ ਤਰ੍ਹਾਂ ਬੇਨਤੀਆਂ ਕਰਨ ਜਿਨ੍ਹਾਂ ਨੂੰ ਨਹੀਂ ਮਿਲੀ ਦਾਤ, ਜਿਨ੍ਹਾਂ ਨੂੰ ਮਿਲੀ ਹੈ ਉਹ ਬੇਨਤੀਆਂ ਕਰਨ ਮਹਾਰਾਜ ਰਹਿਤ ਮਰਿਆਦਾ ਵਿੱਚ ਦ੍ਰਿੜ ਕਰ ਲਓ। ਬੜਾ ਔਖਾ ਹੈ ਚੱਲਣਾ, ਕਿਰਪਾ ਕਰੋ ਫਿਰ ਮਨ ਨੂੰ ਵੀ ਕਿਰਪਾ ਕਰਕੇ ਚਲਾ ਲਓ। ਰਹਾਉ ਵਿਸਰਾਮ ਦੇ ਕਰਕੇ ਸਮਝਾਉਂਦੇ ਹਨ ਮਨ ਦੀ ਹਾਲਤ। ਮਨ ਜੋਗੀ ਮਨ ਭੋਗੀਆ। ਇਹ ਮਨ ਜੋਗੀ ਬਣ ਜਾਂਦਾ ਹੈ, ਜੋਗ ਮਤ ਵਾਲਿਆਂ ਨਾਲ ਜੁੜ ਕੇ ਯੋਗਾ ਅਭਿਆਸ ਕਰਨਾ ਸ਼ੁਰੂ ਕਰ ਦਿੰਦਾ, ਪ੍ਰਾਣਾਯਾਮ ਕਰਨਾ ਸ਼ੁਰੂ ਕਰ ਦਿੰਦਾ, ਜੋਗੀ ਬਣ ਜਾਂਦਾ ਹੈ। ਭੋਗੀਆਂ ਨਾਲ ਸੰਸਾਰੀ ਖਾਣ ਵਾਲੇ ਪਹਿਨਣ ਵਾਲੇ ਪਦਾਰਥ ਜਿਹੜੇ ਖੁਸ਼ੀਆਂ ਮਨਾਉਂਦੇ ਆ, ਗੁਰੂ ਨੂੰ ਸਮਝਦੇ ਕੁਛ ਨਹੀਂ, ਮਨ ਮਰਜ਼ੀਆਂ ਕਰਦੇ ਆ, ਖਾਂਦੇ ਪੀਂਦੇ ਪਹਿਨਦੇ। ਆ ਜੱਗ ਮਿੱਠਾ ਅਗਲਾ ਕਿਨ ਡਿੱਠਾ, ਭਾਈ ਖਾਓ ਪੀਓ ਮੌਜਾਂ ਕਰੋ। ਜਦੋਂ ਗਾਂ ਜਾਵਾਂਗੇ ਵੇਖੀ ਜਾਊ ਗਾਂ ਕਿੰਨੇ ਵੇਖਿਆ। ਜਦ ਕਿ ਗੁਰੂ ਕੀ ਬਾਣੀ ਰੋਜ਼ ਕਹਿੰਦੀ ਸਾਨੂੰ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਤੈਨੂੰ ਭੋਗਣਾ ਪਏਗਾ ਅੱਗੇ ਜਾ ਕੇ, ਕਿਤੇ ਹੋਰ ਜਾਣਾ ਹੀ। ਪਰ ਮਨ ਕਹਿੰਦਾ ਨਹੀਂ, ਖਾਈ ਪੀਏ ਭੋਗੀਏ। ਭੋਗੀਆਂ ਨਾਲ ਜੁੜ ਕਰਕੇ ਪਦਾਰਥਾਂ ਵਿੱਚ ਜੁੜੇ ਹੋਏ ਇਨਸਾਨਾਂ ਨਾਲ ਮਿਲ ਕੇ ਇਹ ਜਿਹੜਾ ਮਨ ਹੈ ਇਹ ਉਹੋ ਜਿਹਾ ਬਣਦਾ ਹੈ, ਪਦਾਰਥਾਂ ਵਿੱਚ ਜੁੜ ਕੇ ਭੋਗੀ ਬਣ ਜਾਂਦਾ ਹੈ। ਮਨ ਮੂਰਖ ਗਾਵਾਰ। ਜਿਹੜੇ ਗਾਵਾਰ ਬੇਸਮਝ ਹੈ, ਪਸ਼ੂਆਂ ਵਾਲੀ ਜ਼ਿੰਦਗੀ ਹੈ। ਖਾ ਲਿਆ ਪੀ ਲਿਆ ਪਹਿਨ ਲਿਆ ਸੌ ਲਿਆ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਨ। ਬਸ ਪਸ਼ੂਆਂ ਵਾਂਗੂ ਖਾ ਲਿਆ ਪੀ ਲਿਆ ਸੌ ਲਿਆ, ਡਰ ਗਏ ਜਾਂ ਡਰਾ ਲਿਆ, ਔਲਾਦ ਪੈਦਾ ਕਰ ਲਈ। ਉਹ ਪਸ਼ੂ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਉਹਨਾਂ ਨਾਲ ਜੁੜ ਕਰਕੇ ਤੇ ਮੂਰਖ ਬਣ ਜਾਂਦਾ ਹੈ। ਇਹ ਮਨ ਬੇਸਮਝ ਹੋ ਜਾਂਦਾ ਹੈ। ਮਨ ਦਾਤਾ ਮਨ ਮੰਗਤਾ। ਤੇ ਜੇ ਪੂਰਬਲੇ ਕਰਮ ਚੰਗੇ ਆ, ਪੁੰਨ ਪਦਾਰਥ ਬਹੁਤ ਕੀਤੇ ਸਨ, ਪਹਿਲਾਂ ਪਦਾਰਥ ਮਿਲੇ, ਅਮੀਰ ਬਣ ਗਿਆ, ਗਰੀਬਾਂ ਦੀ ਲੋੜਵੰਦਾਂ ਦੀ ਮਦਦ ਕਰ ਕਰਕੇ ਪਰਉਪਕਾਰੀ ਬਣ ਗਿਆ। ਇਹ ਮਨ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪੈਂਦਾ। ਪਰਾਲਬਧ ਕੋਈ ਹੈ ਨਹੀਂ, ਮੰਗਦਾ ਫਿਰਦਾ ਹੈ, ਗਰੀਬ ਬਣ ਗਿਆ, ਕੱਪੜੇ ਪਾਟੇ ਹੋਏ, ਆਪਣੇ ਆਪ ਨੂੰ ਭਿਖਾਰੀ ਸਮਝ ਲੈਂਦਾ ਹੈ। ਮਨ ਸਿਰ ਗੁਰ ਕਰਤਾਰ। ਭਾਈ ਜੇ ਇਸ ਮਨ ਦੇ ਸਿਰ ਤੇ ਗੁਰੂ ਦਾ ਹੁਕਮ ਹੋਵੇ, ਹਸਤੀ ਸਿਰ ਜਿਉ ਅੰਕੁਸ਼ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗਾ ਰਾਖ ਕੇ ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਤੇ ਕੀ ਬਣ ਜਾਂਦਾ ਹੈ? ਕਰਤਾਰ ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਜੇ ਗੁਰੂ ਨੂੰ ਆਪਣੇ ਸਿਰ ਤੇ ਮੰਨਣ ਲੱਗ ਪਏ, ਗੁਰੂ ਦਾ ਭੈ ਰੱਖੇ ਮਨ। ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ। ਪੰਜਾਂ ਨੂੰ ਜਿਨ੍ਹਾਂ ਨੇ ਮਾਰ ਲਿਆ ਹੈ ਭਾਈ, ਸਭ ਦੇ ਸਪਰਸ਼ ਰਸ ਰੂਪ ਗੰਧ ਨੂੰ ਜਿਨ੍ਹਾਂ ਨੇ ਪੰਜਾਂ ਨੂੰ ਮਾਰ ਲਿਆ, ਸੁਖ ਪਾਇਆ। ਉਸ ਮਨ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਇਹ ਐਸਾ ਬ੍ਰਹਮ ਗਿਆਨ ਦਾ ਫਿਰ ਉਹਨੂੰ ਵਿਚਾਰ ਪ੍ਰਾਪਤ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਜਿਵੇਂ ਕਹਿੰਦੇ ਨੇ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਨੀ।
ਘਟ ਘਟ ਏਕ ਬਖਾਣੀਐ, ਕਹੋ ਨਾ ਦੇਖਿਆ ਜਾਏ। ਉਹ ਬ੍ਰਹਮ ਕੈਸਾ ਹੈ, ਕਣ ਕਣ ਦੇ ਵਿੱਚ ਕਿਹਾ ਜਾਂਦਾ ਹੈ। ਘਟ ਘਟ ਉਹ ਅਕਾਲ ਪੁਰਖ ਵਾਹਿਗੁਰੂ ਵਿਆਖਿਆ ਤਾਂ ਕੀਤੀ ਜਾਂਦੀ, ਕਹੋ ਨਾ ਭਾਈ ਦੱਸਣਾ ਕਰੋ ਕਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਦੇਖਿਆ ਜਾਏ, ਦੇਖਿਆ ਜਾਂਦਾ। ਕਹੋ ਕਹਿਣ ਵਾਲੇ ਕਹਿੰਦੇ ਹੀ ਐ, ਨਾ ਦੇਖਿਆ ਜਾਏ, ਕਹਿਣ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਖੋਟੋ ਪੂਠੋ ਰਾਲੀਐ, ਬਿਨ ਨਾਵੈ ਪਤ ਜਾਏ। ਭਾਈ ਜਿਹੜੇ ਕਹਿੰਦੇ ਹੀ ਐ ਤੇ ਮੰਨਦੇ ਨਹੀਂ, ਕਰਦੇ ਨਹੀਂ, ਗੁਰ ਮਰਿਆਦਾ ਤੇ ਚੱਲਦੇ ਨਹੀਂ, ਜਿਹੜੇ ਖੋਟੇ ਖੋਟੇ ਕਰਮ ਕਰਦੇ, ਪੁੱਠੋ ਉਹਨਾਂ ਨੂੰ ਪੁੱਠਾ ਕਰਕੇ ਮਾਂ ਦੀ ਗਰਭ ਵਿੱਚ, ਮਾਂ ਦੀ ਕੁੱਖ ਦੇ ਵਿੱਚ ਉਹਨਾਂ ਨੂੰ ਬਾਰ-ਬਾਰ ਜੂਨਾਂ ਦੇ ਵਿੱਚ ਰਲੀਏ ਰਲਾਇਆ ਜਾਂਦਾ ਹੈ। ਜਿਵੇਂ ਮਿੱਟੀ ਵਿੱਚ ਮਿੱਟੀ ਮਿਲਾ ਦਈਦੀ ਹੈ, ਇਸ ਤਰੀਕੇ ਨਾਲ ਇਹ ਜੂਨਾਂ ਦੇ ਵਿੱਚ ਰਲਾਇਆ ਜਾਂਦਾ ਹੈ। ਜਿਹੜੇ ਪੁੱਠੇ ਕਰਮ ਕਰਦੇ ਆ, ਖੋਟੇ ਕਰਮ ਕਰਦੇ ਆ, ਨਾਮ ਨਹੀਂ ਸਿਮਰਨ ਕੀਤਾ, ਇਸ ਵਾਸਤੇ ਇੱਜ਼ਤ ਹੀ ਖਰਾਬ ਹੁੰਦੀ ਰਹਿੰਦੀ ਹੈ। ਜਾ ਤੂੰ ਮਿਲ ਹੈ ਤਾ ਮਿਲ ਰਹਾ, ਜਾਂ ਤੇਰੀ ਹੋਏ ਰਜਾਏ। ਤੇ ਮਹਾਰਾਜ ਕਿਵੇਂ ਫਿਰ ਮਿਲ ਸਕਦੇ ਆ? ਮਹਾਰਾਜ ਕਹਿੰਦੇ ਬੇਨਤੀਆਂ ਕਰੋ, ਇਹ ਵਾਹਿਗੁਰੂ ਜੇ ਤੁਸੀਂ ਮਿਲਾਓ ਨਾ ਆਪਣੇ ਪਿਆਰਿਆਂ ਦੇ ਨਾਲ, ਨਾਮ ਸਿਮਰਨ ਭੈ ਵਾਲਿਆਂ ਨਾਲ, ਉਹ ਗੁਰੂ ਦੀ ਮਰਿਆਦਾ ਦੱਸਣਗੇ, ਗੁਰੂ ਦਾ ਭੈ ਦੱਸਣਗੇ, ਗੁਰੂ ਸ਼ਰਨ ਵਿੱਚ ਪਾ ਕੇ ਉਹ ਫਿਰ ਮਿਲਾ ਦੇਣਗੇ। ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਅਸੀਂ ਮਿਲ ਕੇ ਰਹਿ ਸਕਦੇ ਹਾਂ, ਤਾਂ ਅਸੀਂ ਮਿਲ ਸਕਦੇ ਤੇਰੇ ਵੀ ਸਰੂਪ ਦੇ ਵਿੱਚ। ਮਹਾਰਾਜ ਤੇਰੀ ਆਗਿਆ ਹੋਵੇ, ਤੇਰੀ ਬਖਸ਼ਿਸ਼ ਹੋਵੇ। ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲੇਹੋ ਬਤਾਏ। ਮਹਾਰਾਜ ਸਰੀਰਾਂ ਦੀ ਤੇ ਜਾਤ ਪਾਤ ਹੁੰਦੀ ਹੈ, ਫਿਰ ਜਾਤ ਪਾਤ ਵੇਖੀਏ? ਮਹਾਰਾਜ ਕਹਿੰਦੇ ਨਾ, ਇਹ ਨਹੀਂ ਪੁੱਛਣਾ ਕਿ ਉਹਨਾਂ ਦੀ ਜਾਤ ਕੀ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਪਾਸ ਝਾਲਾਂ ਬਾਈ ਨੇ ਆ ਕੇ ਗੁਰਮੰਤਰ ਮੰਗਿਆ ਤੇ ਗੁਰਮੁਖੋ ਨਾਮ ਰਸ ਵਿੱਚ ਲੀਨ ਹੋ ਗਈ। ਜਿਹੜੇ ਜਾਤ ਹੀ ਵਹਿੰਦੇ ਰਹਿ ਕਿ ਇਹ ਚਮਿਆਰ ਜਾਤੀ ਵਿੱਚੋਂ ਹੈ, ਧੱਕੇ ਖਾਂਦੇ ਰਹੇ, ਖੱਪਦੇ ਤੇ ਖਿੱਚਦੇ ਰਹੇ। ਇਸ ਵਾਸਤੇ ਜਾਤ ਨਹੀਂ, ਕਿਹੜੀ ਜਾਤ ਵਿੱਚ ਜਨਮ ਹੋਇਆ ਇਹ ਨਹੀਂ ਕੁਝ ਵੀ ਵੇਖਣਾ, ਇਹ ਨਹੀਂ ਪੁੱਛਣਾ। ਸੱਚ ਘਰ ਲਿਹੋ ਬਤਾਏ, ਸੱਚ ਸਰੂਪ ਦੀ ਕਿੰਨੀ ਕੁ ਪ੍ਰਾਪਤੀ ਹੈ, ਇਸ ਗੱਲ ਦੇ ਬਾਰੇ ਜਾਣ ਕੇ ਤੇ ਉਹਦੇ ਕੋਲੋਂ ਪੁੱਛ ਲੈਣਾ ਕਰੋ, ਤੇ ਫਿਰ ਉਹ ਦੱਸਣਗੇ ਜੇ ਪੂਰਨ ਹੋਣਗੇ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੋ ਜੇ ਗੁਰਮੁਖੋ ਕੋਈ ਕਰਮ ਕਰਦਾ ਨਾ, ਕੰਮ ਕਰਦਾ, ਸਾ ਜਾਤ, ਉਹੋ ਜੀ ਉਹ ਜਾਤ ਭਾਵ ਜਾਣਿਆ ਜਾਂਦਾ। ਹੁਣ ਭਾਵੇਂ ਹੋਵੇ ਕੋਈ ਬੜੇ ਅਮੀਰ ਘਰਾਣੇ ਦਾ, ਆਪਣੇ ਆਪ ਨੂੰ ਉੱਚੀ ਜਾਤ ਬ੍ਰਾਹਮਣ ਜਾਤ ਵੀ ਮਨ ਮੰਨਦਾ ਹੋਵੇ, ਪਰ ਜੇ ਚੋਰੀਆਂ ਕਰੇਗਾ ਤੇ ਉਹ ਚੋਰ ਹੀ ਅਖਵਾਵੇਗਾ। ਇਸ ਵਾਸਤੇ ਮਾਰੇ ਕਹਿੰਦੇ ਜਿਹੋ ਜੇ ਕਰਮ ਕਰੇਗਾ ਉਹੋ ਹੀ ਜਾਤ ਹੈ ਤੇ ਉਹੋ ਜੀ ਇੱਜ਼ਤ ਹੈ। ਜਿਹੋ ਜੋ ਕੋਈ ਕਰਮ ਕਰਦਾ, ਚੋਰਾਂ ਨਾਲ ਮਿਲ ਕੇ ਚੋਰ ਬਣ ਜਾਂਦਾ ਹੈ, ਚੁਗਲਖੋਰਾਂ ਨਾਲ ਮਿਲ ਕੇ ਚੁਗਲਖੋਰ ਅਖਵਾਏਗਾ। ਜਨਮ ਮਰਨ ਦੁਖ ਕਾਟੀਐ, ਨਾਨਕ ਛੂਟ ਸੁਨਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਮ ਦੁਆਰਾ ਹੀ ਛੁਟਕਾਰਾ ਹੋਣਾ ਹੈ। ਸਰੀਰਾਂ ਦੀ ਜਾਤਾਂ ਪਾਤਾਂ ਪੁੱਛ ਕੇ ਤਾਂ ਹੋਰ ਜ਼ਿਆਦਾ ਫਸਿਆ ਜਾਵੇਗਾ। ਭਾਈ ਜਨਮ ਮਰਨ ਦਾ ਦੁੱਖ, ਆਤਮਿਕ ਦੁੱਖ, ਮਨ ਦਾ ਦੁੱਖ ਤਾਂ ਹੀ ਕੱਟਿਆ ਜਾ ਸਕਦਾ ਹੈ ਜੇ ਨਾਮ ਦੇ ਵਿੱਚ ਜੁੜੇਗਾ, ਨਾਮ ਮਿਲੇਗਾ ਗੁਰੂ ਸ਼ਰਨ ਦੇ ਵਿੱਚੋਂ। ਤੇ ਨਾਮ ਤੇ ਤਾਂ ਚੱਲਿਆ ਜਾ ਸਕਦਾ ਜੇ ਗੁਰ ਮਰਿਆਦਾ ਨੂੰ ਮੰਨਾਂਗੇ। ਸੋ ਦਾਸ ਪਾਸੋਂ ਕਥਾ ਕਰਦੇ ਆਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਸਤਿਗੁਰਾਂ ਦਾ ਪਾਵਨ ਉਪਦੇਸ਼ ਬਹੁਤ ਮਹਾਨ ਹੈ। ਦਾਸ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਕੱਲ ਦੀ ਇੱਕ ਹੋਰ ਹਾਜ਼ਰੀ ਭਰ ਕੇ ਸਮੂਹ ਸੰਗਤਾਂ ਗੁਰਮੁਖਾਂ ਕੋਲੋਂ ਖਿਮਾ ਮੰਗਾਂਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਸਮੂਹ ਸੰਗਤਾਂ ਗੁਰਮੁਖਾਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਅੱਜ ਦੀ ਜੋ ਮਹਿਮਾ ਵਡਿਆਈ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਕਰਵਾਈ ਹੈ। ਹੋਈਆਂ ਭੁੱਲਾਂ ਦੀ ਮੁਆਫੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਪਿਆਰ ਨਾਲ ਸਾਰੇ ਹੀ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।